ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਗੁਰੂ ਹਰਗੋਬਿੰਦ ਸੋਭ ਸਮਤ ਪ੍ਰਕਾਸਕ ਗੁਰੂ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਵਈਆ ਬਰ ਆਨਨ ਤੇ ਬਰ ਦੇਹ ਗੁਰੂ ਬਰ ਗ੍ਰੰਥ ਸੰਪੂਰਨ ਹੋਏ ਅਬੈ ਬਲ ਜਾਏ ਕਵੀ ਤੁਮਰੋ ਬਲ ਪਾਏ ਕਰੋ ਕਵਿਤਾ ਸੁਭ ਛੰਦ ਸਭੈ ਬਰ ਆਨਨ ਤੇ ਬਰ ਦੇਹ ਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨਾ ਬੰਧੂ ਕਿਰਪਾ ਦੇ ਸਾਗਰ ਜਾਗਦੀ ਜੋਤ ਪਤਿਤ ਪਾਵਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਤ ਸੰਗਤ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੇ ਪਵਿੱਤਰ ਲੜੀਵਾਰ ਇਤਿਹਾਸ ਦੀ ਕਥਾ ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਈਸਵੀ ਸੰਮਤ ਦਾ ਅੱਜ ਨਵਾਂ ਸਾਲ ਚੜ੍ਹਨ ਜਾ ਰਿਹਾ ਹੈ। ਦੇਸ਼ ਭਾਰਤ ਦੇ ਅੰਦਰ ਭਾਵੇਂ ਕਿ ਇਹ ਈਸਵੀ ਸੰਮਤ ਦਾ ਨਵਾਂ ਸਾਲ ਚੜ੍ਹ ਚੁੱਕਾ ਹੈ, ਜੋ ਗੁਰਮਤਿ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ
ਸਾਨੂੰ 12 ਮਾਹਾਂ ਦੀ ਬਖਸ਼ਿਸ਼ ਕੀਤੀ ਹੈ। ਚੇਤਰ ਦੇ ਮਹੀਨੇ ਦਾ ਜਦੋਂ ਆਗਾਜ਼ ਹੁੰਦਾ ਏ, ਉਦੋਂ ਇਹ ਨਵਾਂ ਸਾਲ ਸਾਡਾ ਚੜ੍ਹਦਾ ਹੈ। ਜਿਵੇਂ ਈਸਾ ਦੇ ਜੋ ਜਨਮ ਦੀ ਤਰੀਕ ਹੈ, ਉਹਨੂੰ ਮਿੱਥ ਕਰਕੇ ਭਾਵੇਂ ਕਿ ਬਹੁਤੇ ਫਿਰਕਿਆਂ ਮੁਤਾਬਕ ਤਾਂ 25 ਦਸੰਬਰ ਬਣਦੀ ਹੈ, ਪਰ ਫਿਰ ਵੀ ਇਹਨਾਂ ਨੇ ਮਿੱਥ ਕਰਕੇ ਈਸਾ ਦੇ ਨਾਮ 'ਤੇ ਇਹ ਕੈਲੰਡਰ ਸ਼ੁਰੂ ਕੀਤਾ, ਜਿਹੜਾ ਸਾਰੇ ਹੀ ਤਕਰੀਬਨ ਜਿਹੜਾ ਹੈ ਦੁਨੀਆ ਅੰਦਰ ਪ੍ਰਚਲਿਤ ਕੀਤਾ। ਪਰ ਜਿੱਥੇ ਇਸਲਾਮਿਕ ਦੇਸ਼ ਹਨ, ਅਰਬ ਦੇਸ਼ਾਂ ਵਿੱਚ ਇਸ ਕੈਲੰਡਰ ਦੀ ਕੋਈ ਮਾਨਤਾ ਨਹੀਂ, ਭਾਵੇਂ ਕਿ ਸਾਡੇ ਦੇਸ਼ ਦੀ ਧਰਤੀ ਤਾਂ ਬਹੁਤ ਵੱਡੀ ਮਾਨਤਾ ਹੈ, ਸਾਰਾ ਕੁਛ ਹੀ ਇਹਦੇ ਮੁਤਾਬਕ ਹੋਣ ਕਰਕੇ ਅਤੇ ਇਸੇ ਨੂੰ ਹੀ ਨਵਾਂ ਸਾਲ ਸਮਝ ਕੇ ਮਨਾਇਆ ਜਾਂਦਾ ਹੈ। ਪਰ ਜਿਹੜਾ ਨਵਾਂ ਸਾਲ ਹੈ ਉਹ ਸਭ ਕੌਮਾਂ ਨੇ ਆਪਣੇ ਤਰੀਕੇ ਨਾਲ, ਆਪਣੇ ਜਿਹੜੇ ਰਿਸ਼ੀ ਮੁਨੀ, ਪੀਰ ਪੈਗੰਬਰ ਜੋ ਉਹਨਾਂ ਦੇ ਰਹਿਨੁਮਾ ਹੋਏ ਹੈ, ਉਹਨਾਂ ਦੇ ਜਨਮ ਦਿਨ ਤੋਂ ਆਰੰਭ ਕਰਕੇ ਗਿਣਤੀ, ਸੋ ਕੇਵਲ ਇਹ ਉਹਨਾਂ ਨੇ ਗਣਨਾ ਹੀ ਕੀਤੀ ਹੋਈ ਹੈ। ਅਤੇ ਜੋ ਇਹ ਨਵਾਂ ਸਾਲ ਮਨਾਇਆ ਜਾਂਦਾ ਹੈ, ਸਹੀ ਇਹਨਾਂ ਦੀ ਦੱਸੀ ਹੋਈ ਗਿਣਤੀ ਦੇ ਮੁਤਾਬਕ ਵੀ ਉਸ ਸਮੇਂ ਨਵਾਂ ਸਾਲ ਤਾਂ ਭਾਵੇਂ ਨਹੀਂ ਚੜ੍ਹਦਾ, ਪਰ ਜਿਹੜਾ ਹੈ ਵਿਸ਼ੇਸ਼ ਕਰਕੇ ਇਸ ਦੀ ਬਾਬਤ ਹੋਰ ਕਈ ਕਥਾਵਾਂ ਦੇ ਅੰਦਰ ਜ਼ਿਕਰ ਕੀਤਾ ਹੈ। ਤੋ ਸੱਚੇ ਪਾਤਸ਼ਾਹ ਜੀ ਮਹਾਰਾਜ ਨਵਾਂ ਸਾਲ ਜਿਹੜਾ ਹੈ, ਜਦੋਂ 12 ਮਾਹ ਦੇ ਅਨੁਸਾਰ ਚੇਤਰ ਦਾ ਮਹੀਨਾ ਮਹਾਰਾਜ ਬਖਸ਼ਿਸ਼ ਕਰਦੇ ਹੈ, ਉਦੋਂ ਨਵੇਂ ਸਾਲ ਦਾ ਆਗਾਜ਼ ਹੁੰਦਾ ਹੈ ਅਤੇ ਸਮੇਂ ਦਾ ਸੂਚਕ ਹੈ। ਸਮੇਂ ਦੇ ਸੂਚਕ ਦੇ ਮੁਤਾਬਕ ਆਪਣੀਆਂ ਬੁਰੀਆਂ ਆਦਤਾਂ ਨੂੰ ਤਿਆਗ ਕੇ ਅਤੇ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਇ ਤਾਲ, ਪਾਛੈ ਕਛੂ ਨਾ ਹੋਏਗਾ, ਜੋ ਸਰ ਪਰ ਆਵੈ ਕਾਲ। ਇਸ ਕਰਕੇ ਇਹ ਕਾਲ ਦਾ ਚੱਲਦਾ ਚੱਕਰ ਹੈ। ਮਹਾਰਾਜ ਜੀ ਨੇ ਕਿਹਾ ਬਹਿਤੀ ਜਾਤ, ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧਹਿ ਨਿਤ ਪਾਰਚ, ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਇਹ ਜਨਮ ਦਾ ਪਦਾਰਥ ਜਿੱਤ ਲੈ ਨਾਮ ਜਪ ਕੇ ਵਾਹਿਗੁਰੂ ਦੀ ਸ਼ਰਨ ਪੈ ਜਾ। ਇਹ ਕਾਲ ਤਾਂ ਵਹਿੰਦਾ ਜਾ ਰਿਹਾ ਹੈ। ਸਾਰਾ ਕੁਝ ਜੋ ਸਾਨੂੰ ਦਿਸਦਾ ਹੈ ਕਾਲ ਦੇ ਪ੍ਰਭਾਵ ਥੱਲੇ ਹੈ। ਕਾਲ ਦੇ ਚੱਕਰ 'ਚ ਹੀ ਇਹ ਸਰੀਰ ਹਨ। ਜੋ ਵਾਹਿਗੁਰੂ ਹੈ ਉਹ ਆਪ ਕਾਲ ਦੇ ਚੱਕਰ ਵਿੱਚ ਨਹੀਂ ਹੈ। ਉੱਥੇ ਦਿਨ ਨਹੀਂ ਚੜ੍ਹਦਾ, ਰਾਤ ਨਹੀਂ ਪੈਂਦੀ, ਅਤੇ ਸਤਿਗੁਰਾਂ ਜੀ ਨੇ ਉੱਥੇ ਹੀ ਸਾਨੂੰ ਘਰ ਬੰਨ੍ਹ ਕਰਕੇ ਦਿੱਤਾ ਹੈ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਜਿੱਥੇ ਕਾਲ ਦਾ ਚੱਕਰ ਨਹੀਂ, ਜਿੱਥੇ ਸਮੇਂ ਦਾ ਪ੍ਰਭਾਵ ਨਹੀਂ, ਬਚਪਨ, ਜਵਾਨੀ, ਬਿਰਧ ਅਵਸਥਾ ਅਤੇ ਮੌਤ ਨਹੀਂ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੁਰਤ ਜੋੜ ਕੇ ਭਜਨ ਕਰਨ ਵਾਲੇ ਗੁਰਸਿੱਖ ਇਸ ਜਨਮ ਦੇ ਪਦਾਰਥ ਨੂੰ ਜਿੱਤ ਜਾਂਦੇ ਹੈ। ਜੋਤ ਦਾ ਜਨਮ ਨਹੀਂ, ਜੋਤ ਦਾ ਮਰਨ ਨਹੀਂ। ਸਰੀਰਾਂ ਦਾ ਜਨਮ ਵੀ ਹੈ, ਸਰੀਰਾਂ ਦਾ ਮਰਨ ਵੀ ਹੈ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਜਾਗਦੀ ਜੋਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੋੜਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਇਹ ਸਾਰੇ ਹੀ ਸਮੇਂ ਦੇ ਸੂਚਕ ਜੋ ਹਨ, ਸਾਲ ਵੀ ਨਵਾਂ ਕਦੋਂ ਚੜ੍ਹਦਾ ਸਾਡਾ, ਫਿਰ ਮਹੀਨਿਆਂ ਦੀ ਤਬਦੀਲੀ, ਫਿਰ ਹਫ਼ਤਿਆਂ ਦੇ ਵਾਰ ਦੁਆਰਾ ਉਪਦੇਸ਼, ਥਿੱਤਾਂ ਦੁਆਰਾ ਉਪਦੇਸ਼, ਜੋ ਕੁਝ ਸਤਿਗੁਰਾਂ ਜੀ ਨੇ ਸਾਨੂੰ ਬਹੁਤ ਵਡਮੁੱਲਾ ਖਜ਼ਾਨਾ ਬਖਸ਼ਿਆ ਏ। ਸ਼ਾਇਦ ਹੀ ਸੰਸਾਰ ਵਿੱਚ ਕਿਸੇ ਹੋਰ ਜੋ ਹਨ ਪੀਰ ਪੈਗੰਬਰ, ਉਹਨਾਂ ਨੇ ਆਪਣੀ ਉਮਤ ਨੂੰ ਬਖਸ਼ਿਆ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਬਖਸ਼ਿਸ਼ਾਂ ਨੂੰ ਸੰਭਾਲ ਕੇ ਜਦੋਂ ਅਸੀਂ ਗੁਰਮਤਿ ਦੇ ਰਾਹ 'ਤੇ ਚੱਲਦੇ ਹਾਂ, ਅਤੇ ਬਹੁਤ ਹੀ ਇਹ ਅਨਮੋਲ ਰਤਨ
ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਵਿੱਚੋਂ ਪ੍ਰਾਪਤ ਹੁੰਦੇ ਹੈ। ਜੀਵਨ ਸਫਲਾ ਹੋ ਜਾਂਦਾ ਹੈ। ਸਤਿਗੁਰੂ ਜੀ ਰਹਿਮਤ ਵਰਤਾਉਂਦੇ ਹੈ। ਆਓ ਆਪਾਂ ਇਤਿਹਾਸ ਨਾਲ ਜੁੜੀਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜਦੋਂ ਜਨੇਊ ਧਾਰਨ ਕਰਨ ਦਾ ਜੋ ਪ੍ਰਸੰਗ ਹੈ ਉਹ ਕੱਲ੍ਹ ਲੰਘਿਆ ਏ। ਸਤਿਗੁਰਾਂ ਦੇ ਪਿਤਾ ਜੀ ਨੇ ਜਦੋਂ ਇਹ ਉੱਦਮ ਕੀਤਾ ਤੇ ਹਜ਼ੂਰ ਨੇ ਫਿਰ ਪੰਡਿਤ ਹਰਦਿਆਲ ਜੀ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਫੋਕਟ ਦਾ ਕਰਮ ਅਸੀਂ ਨਹੀਂ ਕਰਨਾ, ਇਹ ਦਿਖਾਵੇ ਦਾ ਜਨੇਊ ਅਸੀਂ ਨਹੀਂ ਧਾਰਨ ਕਰਨਾ, ਅਸੀਂ ਤਾਂ ਸੱਚਾ ਜਨੇਊ ਧਾਰਨ ਕਰਨ ਵਾਲੇ ਹਾਂ। ਫਿਰ ਸਤਿਗੁਰਾਂ ਜੀ ਨੇ ਆਪਣੀ ਬਾਣੀ ਵਿੱਚ ਪੰਡਿਤ ਹਰਦਿਆਲ ਜੀ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸੱਚੇ ਜਨੇਊ ਬਾਰੇ ਸਤਿਗੁਰਾਂ ਜੀ ਨੇ ਦੱਸਿਆ, ਜੋ ਵਿਸਥਾਰ ਸਹਿਤ ਅਸੀਂ ਸਰਵਣ ਕੀਤਾ। ਬਾਰ-ਬਾਰ ਸਤਿਗੁਰਾਂ ਜੀ ਨੂੰ ਬ੍ਰਾਹਮਣਾਂ ਵੱਲੋਂ, ਛਤਰੀਆਂ ਵੱਲੋਂ, ਰਿਸ਼ਤੇਦਾਰਾਂ ਵੱਲੋਂ ਜਿਹੜਾ ਹੈ ਇਹ ਕਿਹਾ ਗਿਆ। ਸਤਿਗੁਰਾਂ ਜੀ ਨੇ ਸਭ ਨੂੰ ਇਹੀ ਉਪਦੇਸ਼ ਦਿੱਤਾ ਕਿ ਜੇ ਜਨੇਊ ਬਾਹਰੋਂ ਪਾ ਲਈਏ ਅਤੇ ਜਿੰਨੀਆਂ ਮਰਜ਼ੀ ਚੋਰੀਆਂ, ਯਾਰੀਆਂ, ਠੱਗੀਆਂ, ਗੁਨਾਹਾਂ ਨੂੰ ਛਪਾ ਕਰਕੇ ਬੁਰੇ ਕਰਮ ਕਰੀਏ ਮਾਇਆ ਦੇ ਇਕੱਤਰ ਕਰਨ ਵਾਸਤੇ, ਅਤੇ ਭਲਾ ਇਹ ਪਾਇਆ ਹੋਇਆ ਜਨੇਊ ਫਿਰ ਮਹਾਰਾਜ ਕਹਿੰਦੇ ਕਿਵੇਂ ਸ਼ਾਦੀ ਭਰ ਸਕਦਾ ਹੈ ਪਰਲੋਕ ਦੇ ਅੰਦਰ। ਜਦੋਂ ਜੀਵ ਚੜ੍ਹਾਈ ਕਰਦਾ ਹੈ ਤਾਂ ਇੱਥੇ ਹੀ ਝੜ ਜਾਂਦਾ ਹੈ ਅਤੇ ਫਿਰ ਵੀ ਤਾਂ ਬਿਨਾਂ ਹੀ ਜਨੇਊ ਤੋਂ ਅੱਗੇ ਪਰਲੋਕ ਵਿੱਚ ਜਾਂਦਾ ਹੈ ਨਾ। ਅਤੇ ਜਿਸ ਦੇ ਧਾਰਨ ਕਰਨ ਨਾਲ ਕੋਈ ਲਾਭ ਨਹੀਂ ਹੈ, ਕੇਵਲ ਸੰਸਾਰਕ ਕਰਮ ਹੈ। ਮਹਾਰਾਜ ਕਹਿੰਦੇ ਦਿਖਾਵੇ ਦਾ ਕਰਮ ਅਸੀਂ ਨਹੀਂ ਕਰਾਂਗੇ। ਇਹ ਸੱਚੇ ਪਾਤਸ਼ਾਹ ਜੀ ਨੇ ਗਰੀਬ ਨਿਵਾਜ ਨੇ ਪਵਿੱਤਰ ਸਿੱਖਿਆ ਦ੍ਰਿੜਾਈ। ਨਾਮ ਦੀ ਪ੍ਰੀਤ ਦਾ ਸੱਚੇ ਪਾਤਸ਼ਾਹ ਨੇ ਸੱਚਾ ਜਨੇਊ ਧਾਰਨ ਕਰਨ ਦੀ ਇਹ ਸਤਿਗੁਰਾਂ ਆਗਿਆ ਕੀਤੀ। ਜਿਵੇਂ ਅੱਗੇ ਮਹਾਰਾਜ ਦੇ ਪਾਵਨ ਜੀਵਨ ਦੀ ਕਥਾ ਆ ਰਹੀ ਹੈ, ਆਓ ਮਨ ਬਿਰਤੀ ਇਕਾਗਰ ਕਰਕੇ ਪਿਆਰ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਬਰ ਆਨਨ ਤੇ ਬਰ ਦੇਹੁ ਗੁਰੂ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਮਨਾਉਂਦੇ ਹੋਏ ਕਵਿਰਾਜ 10ਵੇਂ ਅਧਿਆਇ ਦਾ ਮੰਗਲਾ ਚਰਨ ਕਰਦੇ ਹੈ। ਹੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ, ਆਪਣੇ ਬਰ ਸ੍ਰੇਸ਼ਟ ਮੁਖ ਤੋਂ ਹੇ ਸੱਚੇ ਪਾਤਸ਼ਾਹ ਜੀ ਮੈਨੂੰ ਗਰੀਬ ਨਿਵਾਜ ਵਰ ਦੇਣਾ ਕਰੋ। ਬਰ ਗ੍ਰੰਥ ਸੰਪੂਰਨ ਹੋਏ ਅਬੈ। ਮਹਾਰਾਜ ਜੋ ਸ੍ਰੇਸ਼ਟ ਆਪ ਜੀ ਦੇ ਜਸ ਦਾ ਗ੍ਰੰਥ ਹੈ ਸੱਚੇ ਪਾਤਸ਼ਾਹ ਜੀ, ਜੋ ਸਾਡੀ ਬਰ ਇੱਛਾ ਹੈ ਮਹਾਰਾਜ ਇਹ ਕਿਰਪਾ ਕਰੋ ਕਿ ਅਬੈ ਦਾ ਅਰਥ ਹੈ ਹੁਣੇ ਹੀ ਤਤਕਾਲ। ਮਹਾਰਾਜ ਸੱਚੇ ਪਾਤਸ਼ਾਹ ਐਸੀ ਬਖਸ਼ਿਸ਼ ਕਰੋ ਕਿ ਬੜੀ ਛੇਤੀ ਦੇ ਨਾਲ ਹੀ ਸੱਚੇ ਪਾਤਸ਼ਾਹ ਇਸ ਗ੍ਰੰਥ ਦੀ ਸੰਪੂਰਨਤਾ ਹੋਵੇ। ਮਹਾਰਾਜ ਸਾਡੀ ਇਹ ਆਸ ਹੈ, ਸਾਨੂੰ ਇਹ ਆਪਣੇ ਸ਼੍ਰੀ ਮੁਖ ਤੋਂ ਸ੍ਰੇਸ਼ਟ ਵਰ ਦੇਣਾ ਕਰੋ। ਬਲ ਜਾਏ ਕਵੀ ਤੁਮਰੋ ਬਲ ਪਾਏ। ਸੱਚੇ ਪਾਤਸ਼ਾਹ ਕਵਿਰਾਜ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਗਰੀਬ ਨਿਵਾਜ ਅਸੀਂ ਆਪ ਜੀ ਤੋਂ ਬਲਹਾਰ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਆਪ ਜੀ ਦਾ ਬਲ ਪਾ ਕਰਕੇ ਕਰੋ ਕਵਿਤਾ ਸੁਭ ਛੰਦ ਸਭੈ। ਮਹਾਰਾਜ ਮੈਂ ਕਵਿਤਾ ਜਿਹੜੀ ਹੈ ਉਹ ਕਰਨਾ ਕਰਾਂ ਸੁਭ ਛੰਦ ਸਭੈ, ਸਾਰੇ ਹੀ ਸ੍ਰੇਸ਼ਟ ਛੰਦਾਬੰਦੀ ਦੇ ਅੰਦਰ ਸੋਹਣੀ ਕਵਿਤਾ ਜਿਹੜੀ ਹੈ ਮਹਾਰਾਜ ਆਪ ਜੀ ਦਾ ਬਲ ਪਾ ਕਰਕੇ ਮਹਾਰਾਜ ਮੈਂ ਕਰਨਾ ਕਰਾਂ, ਬਣਾਉਣਾ ਕਰਾਂ। ਬਲਹੀਨ ਕਰੋ ਬਿਗਨਾ ਸਭ ਹੀ। ਜਿਹੜੇ ਸਾਰੇ ਬਿਗਨ ਹਨ ਮਹਾਰਾਜ ਇਹਨਾਂ ਸਾਰੇ ਬਿਗਨਾਂ ਨੂੰ ਬਲਹੀਣੇ ਕਰ ਦਿਓ, ਵਿਗਨਾਂ ਦਾ ਕੋਈ ਜ਼ੋਰ ਨਾ ਪੈ ਸਕੇ, ਇਹ ਮਹਾਰਾਜ ਆਪ ਕਿਰਪਾ ਕਰੋ। ਗੁਰ ਕੀਰਤ ਗ੍ਰੰਥ ਸੋ ਹੋਏ ਤਬੈ। ਤਦੋਂ ਮਹਾਰਾਜ ਆਪ ਜੀ ਦੀ ਕੀਰਤੀ ਦਾ ਜਿਹੜਾ ਗ੍ਰੰਥ ਵੈ
ਇਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਇਹ ਤਦੋਂ ਹੀ ਮਹਾਰਾਜ ਸੰਪੂਰਨ ਹੋ ਸਕੇਗਾ ਜਦੋਂ ਆਪ ਕਿਰਪਾ ਕਰਕੇ ਸਾਰੇ ਵਿਘਨਾਂ ਨੂੰ ਮਹਾਰਾਜ ਬਲ ਦੇ ਰਹਿਤ ਕਰ ਦਿਓਗੇ। ਭਾਵ ਬਲ ਜਿਹੜਾ ਹੈ ਵਿਘਨਾਂ ਦਾ ਛੀਨ ਕਰ ਦਿਓਗੇ। ਬਿਗਨਾ ਤਮ ਰੂਪ ਅਮਾਵਸ ਕੋ, ਜਿਹੜੇ ਵਿਘਨ ਹਨ, ਵਿਘਨਾ ਰੂਪੀ ਤਮ ਹਨੇਰਾ ਜਿਹੜਾ ਹੈ ਇਹ ਤੇ ਮੱਸਿਆ ਦੀ ਰਾਤ ਵਾਂਗੂ ਕਾਲਾ ਹਨੇਰਾ ਜਿਹੜਾ ਹੈ ਇਹ ਬਿਗਨਾ ਰੂਪੀ ਹਨੇਰਾ ਪਿਆ ਹੋਇਆ ਏ। ਯਹ ਗ੍ਰੰਥ ਦੁੱਤੀ ਦੁੱਤ ਚੰਦ ਫੱਬੈ, ਜਿਵੇਂ ਦੂਜ ਦੇ ਚੰਦ ਦੀ ਸ਼ੋਭਾ ਬੜੀ ਫੱਬਦੀ ਹੈ ਨਾ, ਇਵੇਂ ਸੱਚੇ ਪਾਤਸ਼ਾਹ ਜੀ ਦੀ ਕੀਰਤੀ ਦਾ ਇਹ ਸੋਹਣਾ ਗ੍ਰੰਥ ਦੂਜ ਦੇ ਚੰਦਰਮਾ ਦੀ ਤਰ੍ਹਾਂ ਫੱਬੇਗਾ। ਬਿਗਨਾ ਰੂਪੀ ਰਾਤ ਦੇ ਅੰਦਰ ਵੀ ਭਾਵੇਂ ਜਿੰਨੇ ਮਰਜ਼ੀ ਵਿਘਨ ਪੈਣ, ਪਰ ਸਤਿਗੁਰੂ ਜੀ ਦੀ ਕੀਰਤੀ ਦਾ ਇਹ ਗ੍ਰੰਥ ਦੂਜ ਦੇ ਚੰਦਰਮਾ ਦੀ ਤਰ੍ਹਾਂ ਸੋਹਣਾ ਫੱਬੇਗਾ। ਸ੍ਰੀ ਬਾਲਾ ਸੰਦੁਰ ਵਾਚ, ਸ੍ਰੀ ਸ਼੍ਰੋਮਣੀ ਭਾਈ ਬਾਲਾ ਜੀ ਸੰਧੂ ਗੋਤ ਦੇ ਫਰਮਾਉਂਦੇ ਆ, ਦੋਹਰਾ ਤਿਹ ਪਾਛੇ ਸ੍ਰੀ ਸਤਿਗੁਰੂ, ਇਸ ਤੋਂ ਪਿੱਛੋਂ ਸ੍ਰੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਰ ਬਹੁ ਆਪਨ ਦੁਰਾਵ, ਮਹਾਰਾਜ ਜੀ ਨੇ ਆਪਣਾ ਆਪ ਜਿਹੜਾ ਨਾ ਉਹ ਬਹੁਤਾ ਸਤਿਗੁਰਾਂ ਜੀ ਹੁਣ ਛੁਪਾ ਲਿਆ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪਣਾ ਆਪ ਛੁਪਾਉਂਦੇ ਨੇ। ਮਤ ਸੁਭਾਵ ਆਨੰਦ ਮਹਿ, ਤੇ ਜਿਹੜਾ ਸਤਿਗੁਰਾਂ ਜੀ ਦਾ ਸੁਭਾਅ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਹ ਸੁਰਤ ਹੈ ਇਹ ਆਨੰਦ ਦੇ ਵਿੱਚ ਹੀ ਸਦਾ ਮਗਨ ਰਹਿੰਦੀ ਹੈ। ਕਰਹਿ ਨਾ ਕਛੂ ਲਖਾਵ, ਸਤਿਗੁਰੂ ਜੀ ਕੁਝ ਵੀ ਜਣਾਉਂਦੇ ਨਹੀਂ ਕਿਸੇ ਦੇ ਤਾਈਂ। ਚਉਪਈ ਉਦਾਸੀਨ ਬ੍ਰਿਤ ਰਹਿ ਅਰੂਡਾ, ਸਦਾ ਹੀ ਉਦਾਸੀਨ ਬਿਰਤੀ ਵਿੱਚ ਸੱਚੇ ਪਾਤਸ਼ਾਹ ਜੀ ਸਵਾਰ ਰਹਿੰਦੇ ਆ। ਭਾਵ ਉਦਾਸੀਨ ਬਿਰਤੀ ਹੀ ਸਦਾ ਸੱਚੇ ਪਾਤਸ਼ਾਹ ਜੀ ਧਾਰਨ ਕਰੀ ਰੱਖਦੇ ਆ। ਜਾਂ ਤੇ ਲਖ ਨਾ ਸਕਹਿ ਨਰ ਮੂਡਾ, ਜਾਂ ਤੇ ਇਸ ਕਰਕੇ ਜਿਹੜੇ ਮੂਰਖ ਲੋਕ ਹੈ ਨਾ ਉਹ ਜਾਣ ਨਾ ਸਕਣ, ਸਮਝ ਨਾ ਸਕਣ, ਪਤਾ ਨਾ ਉਹਨਾਂ ਨੂੰ ਲੱਗ ਸਕੇ। ਸਤਿਗੁਰਾਂ ਜੀ ਨੇ ਆਪਣਾ ਸੁਭਾਅ ਵੀ ਬਦਲ ਲਿਆ ਏ। ਹੀਰਨ ਹੇਤ ਨਾ ਖੋਲਹਿ ਨੈਣਾ, ਸੱਚੇ ਪਾਤਸ਼ਾਹ ਜੀ ਕਿਸੇ ਵੱਲ ਵੇਖਣ ਵਾਸਤੇ ਹਜੂਰ ਆਪਣੇ ਨੇਤਰ ਨਹੀਂ ਖੋਲਦੇ। ਚੰਚਲ ਅਦਰ ਨਾ ਕਰ ਹਿਤ ਬੈਨਾ, ਹਿਤ ਕਰਕੇ ਮਹਾਰਾਜ ਕਿਸੇ ਨਾਲ ਚਾਹ ਕੇ ਬੋਲਦੇ ਨਹੀਂ, ਤੇ ਜਿਹੜੇ ਅਦਰ ਬੁੱਲ ਹਨ ਉਹਨਾਂ ਨੂੰ ਬੋਲਣ ਵਾਸਤੇ ਮਹਾਰਾਜ ਚੰਚਲ ਨਹੀਂ ਕਰਦੇ। ਭਾਵ ਚੋਪੀ ਧਾਰ ਛੱਡੀ ਹੈ ਸੱਚੇ ਪਾਤਸ਼ਾਹ ਨੇ। ਸਹਿਜ ਸੁਭਾਇਕ ਕਿਰਿਆ ਰਖੀਕੇ, ਜਿਹੜੀਆਂ ਰਖੀਕ ਇੰਦਰੀਆਂ ਦੀ ਕਿਰਿਆ ਹੈ ਨਾ ਸੁਤੇ ਸਿੱਧ ਜਿਹੜੀ ਹੁੰਦੀ ਹੈ, ਹੋਏ ਤਾਂ ਹੋਏ ਨਤ ਥਿਰ ਬਿਦ ਨੀਕੇ, ਹੁੰਦੀ ਹੈ ਤਾਂ ਹੋਈ ਜਾਵੇ, ਨਹੀਂ ਤਾਂ ਮਹਾਰਾਜ ਚੰਗੇ ਤਰੀਕੇ ਨਾਲ ਸੱਚੇ ਪਾਤਸ਼ਾਹ ਜੀ ਆਪ ਹਜੂਰ ਬੈਠੇ ਹੀ ਰਹਿੰਦੇ ਆ। ਸੁਤੇ ਸਿੱਧ ਜਿਹੜੀ ਇੰਦਰੀਆਂ ਦੀ ਕਿਰਿਆ ਹੁੰਦੀ ਹੈ ਉਹ ਸੁਤੇ ਹੀ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਆਪਣੇ ਨਿਜ ਸਰੂਪ ਵਿੱਚ ਹੀ ਗਰੀਬ ਨਵਾਜ ਸਮਾ ਕੇ ਸੁਰਤ ਜਿਹੜੀ ਅੰਤਰਮੁਖੀ ਕਰ ਲਈ ਹੈ। ਅੰਤਰਮੁਖੀ ਬ੍ਰਿਤ ਦਿਨ ਰਹਿਣਾ, ਰਾਤ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਬਿਰਤੀ ਅੰਤਰਮੁਖੀ ਕਰ ਲਈ ਹੈ। ਕਰ ਰਾਖੀ ਸ੍ਰੀ ਪੰਕਜ ਨੈਣਾ, ਕਮਲ ਸ਼੍ਰੀ ਕੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਸ ਤਰ੍ਹਾਂ ਕਰ ਰੱਖੀ ਹੈ ਆਪਣੀ ਬਿਰਤੀ ਅੰਤਰਮੁਖੀ। ਜਗਤ ਅਸਾਰ ਖੇਲ ਜਿਵ ਸਿਸ ਕੀ, ਜਿਵੇਂ ਜਿਹੜਾ ਬਾਲਕਾਂ ਦਾ ਖੇਲ ਹੁੰਦਾ ਹੈ ਨਾ ਤੇ ਉਹ ਝੂਠਾ ਹੀ ਹੁੰਦਾ ਹੈ ਨਾ, ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਸੰਸਾਰ ਹੈ ਇਹਨੂੰ ਅਸਾਰ ਝੂਠਾ ਜਾਣ ਕੇ ਬਾਲਕ ਦੇ ਖੇਲ ਦੀ ਤਰ੍ਹਾਂ ਅਸ ਲਖ ਕਰਹਿ ਨਾ ਕਾਂਖਾ ਕਿਸ ਕੀ, ਤੇ ਇਸ ਤਰ੍ਹਾਂ ਲੱਖ ਕੇ ਜਾਣ ਕੇ ਮਹਾਰਾਜ ਕਿਸੇ ਦੀ ਵੀ ਕੋਈ ਚੀਜ਼ ਦੀ ਪ੍ਰਾਪਤੀ ਦੀ, ਕਿਸੇ ਪਦਾਰਥ ਦੀ, ਕਿਸੇ ਨੂੰ ਮਿਲਣ ਦੀ ਮਹਾਰਾਜ ਕਾਂਖਾ ਇੱਛਾ ਹੀ ਨਹੀਂ ਕਰਦੇ ਸੱਚੇ ਪਾਤਸ਼ਾਹ। ਇਉਂ ਬਾਲਕ ਦੇ ਖੇਲ ਦੀ ਤਰ੍ਹਾਂ ਝੂਠਾ ਹੀ ਸਭ ਕੁਝ ਜਾਣਿਆ ਹੈ ਗਰੀਬ ਨਵਾਜ ਜੀ ਨੇ। ਨਰ ਨਾਰੀ ਭਾਂਖੇ ਅਸ ਰੀਤੀ, ਜਿਹੜੇ ਤਲਵੰਡੀ ਦੇ ਪੁਰਸ਼ ਇਸਤਰੀਆਂ ਹਨ ਉਹ ਫਿਰ ਇਸ ਤਰੀਕੇ ਨਾਲ ਕਹਿੰਦੇ ਆ ਵੇਖ ਕਰਕੇ ਕਾਲੂ ਸੁਤ ਕੀ ਮਤ ਵਿਪਰੀਤੀ, ਕਿ ਬਾਬਾ ਕਾਲੂ ਜੀ ਦੇ ਪੁੱਤਰ ਦੀ ਜਿਹੜੀ ਮਤ ਹੈ ਇਹ ਵਿਪਰੀਤ ਹੋ ਗਈ, ਉਲਟ ਕਿਵੇਂ ਹੋ ਗਈ ਹੈ। ਆਗੇ ਕਹਿਤ ਬੈਨ ਗੁਣਸਾਲੀ, ਤੇ ਅੱਗੇ ਤਾਂ ਬੜੇ ਹੀ ਗੁਣਾਂ ਦੇ ਜਿਹੜੇ ਭਰੇ ਹੋਏ ਜਿਹੜੇ ਗੁਣਾਂ ਦੇ ਘਰ ਸੀਗੇ ਬਚਨ ਉਹ ਆਪਣੇ ਮੁਖ ਤੋਂ ਬੋਲਦੇ ਸੀਗੇ। ਅੱਗੇ ਤਾਂ ਬੜੀਆਂ ਸੋਹਣੀਆਂ ਗੱਲਾਂ ਕਰਦੇ ਸੀ,
ਐਸੇ ਬੋਲ ਬੋਲਦੇ ਸੀ ਜਿਹੜੇ ਗੁਣਾਂ ਦੇ ਨਾਲ ਭਰੇ ਹੋਏ ਬਚਨ ਹੁੰਦੇ ਸੀਗੇ। ਕੀਏ ਤੂਸ਼ਨ ਅਬ ਕੌਣ ਕੁਚਾਲੀ। ਪਤਾ ਨਹੀਂ ਕਿਹੜੀ ਖੋਟੀ ਚਾਲ ਹੋ ਗਈ, ਕਿਹੜੀ ਖੋਟੀ ਗੱਲ ਹੋ ਗਈ, ਹੁਣ ਚੁੱਪੀ ਧਾਰ ਛੱਡੀ ਐ, ਬੋਲਦੇ ਨਹੀਂ ਕਿਸੇ ਨਾਲ। ਡੀਠ ਲੱਗੀ ਨਰ ਨਾਰਨ ਕੇਰੀ। ਤੇ ਇਉਂ ਸੋਚਦੇ ਐ ਕਿ ਕਿਸੇ ਪੁਰਸ਼ ਇਸਤਰੀ ਦੀ ਨਾ ਨਜ਼ਰ ਲੱਗ ਗਈ ਐ ਇਹਨਾਂ ਨੂੰ। ਜਿਹ ਮਸਤਾਨੀ ਤੌਰ ਕਨੇਰੀ। ਇਸ ਕਰਕੇ ਇਹਨਾਂ ਦੀ ਜਿਹੜਾ ਤੌਰ ਤਰੀਕਾ, ਇਹਨਾਂ ਦਾ ਸੁਭਾਅ ਜੋ ਹੈ ਉਹ ਮਸਤ ਹੋ ਗਿਆ ਏ। ਭੂਤ ਪ੍ਰੇਤ ਕੀ ਭਏ ਕੀ ਛਾਇਆ। ਤੇ ਕੋਈ ਇਉਂ ਕਹਿੰਦਾ ਹੈ ਕਿ ਸ਼ਾਇਦ ਕਿਸੇ ਭੂਤ ਪ੍ਰੇਤ ਦੀ ਹੀ ਪਰਛਾਈ ਜਿਹੜੀ ਹੈ ਉਹ ਪੈ ਗਈ ਹੈ। ਸੁਨਨ ਕਹਿਨ ਜਿਨ ਸਭ ਬਿਸਰਾਇਆ। ਤੇ ਜਿਨ੍ਹਾਂ ਨੇ ਸਾਰਾ ਕੁਝ ਹੀ ਸੁਣਨਾ ਕਹਿਣਾ ਵਿਸਾਰ ਹੀ ਦਿੱਤਾ ਹੈ, ਨਾ ਕਿਸੇ ਦੀ ਗੱਲ ਸੁਣਦੇ ਐ, ਨਾ ਕੋਈ ਅੱਗੋਂ ਜਵਾਬ ਦਿੰਦੇ ਐ, ਕੁਝ ਵੀ ਮੁਖ ਤੋਂ ਬੋਲਦੇ ਨਹੀਂ, ਨਾ ਕੁਝ ਸੁਣਦੇ ਐ, ਇਹ ਸਾਰਾ ਕੁਝ ਹੀ ਵਿਸਾਰ ਦਿੱਤਾ ਏ। ਕਛੁਕ ਦਿਵਸ ਬੀਤੇ ਅਸਰੀਤੀ। ਕੁਝ ਕੁ ਦਿਨ ਜਦੋਂ ਇਸ ਤਰੀਕੇ ਨਾਲ ਮਹਾਰਾਜ ਨੂੰ ਮਸਤ ਸੁਭਾਅ ਵਿੱਚ ਬਤੀਤ ਹੋਏ ਐ। ਏਕ ਸਮੈ ਕਾਲੂ ਕਰ ਪ੍ਰੀਤੀ। ਇੱਕ ਸਮੇਂ ਬਾਬਾ ਕਾਲੂ ਜੀ ਬੜਾ ਪ੍ਰੇਮ ਕਰਕੇ ਅੰਕ ਬਿਸਾਏ ਸੀਸ ਕਰ ਫੇਰਾ। ਆਪਣੀ ਗੋਦ ਵਿੱਚ ਬਿਠਾ ਕਰਕੇ ਸ੍ਰੀ ਗੁਰੂ ਜੀ ਨੂੰ ਤੇ ਮਹਾਰਾਜ ਦੇ ਸੀਸ ਦੇ ਉੱਪਰ ਹੱਥ ਫੇਰਨਾ ਕੀਤਾ। ਸੂੰਗਤ ਮਸਤਕ ਆਨੰਦ ਕਨੇਰਾ। ਬਹੁਤ ਆਨੰਦ ਦੇ ਸਹਿਤ ਸ੍ਰੀ ਗੁਰੂ ਜੀ ਦਾ ਮਸਤਕ ਜਿਹੜਾ ਸੀ ਚੁੰਮਿਆ ਬਾਬਾ ਕਾਲੂ ਜੀ ਨੇ। ਹੇਰ ਤਾਤ ਕੋ ਹਿਰਦੈ ਵਿਚਾਰਾ। ਆਪਣੇ ਪੁੱਤਰ ਵੱਲ ਵੇਖ ਕਰਕੇ ਤੇ ਹਿਰਦੇ ਵਿੱਚ ਸੋਚਣਾ ਕੀਤਾ ਮਤ ਪ੍ਰਕਾਸ਼ੇ ਕਰਤਿਓ ਕਾਰਾ। ਕਿ ਕੰਮਕਾਰ ਕਰਦਿਆਂ ਹੋਇਆਂ ਹੀ ਜਿਹੜੀ ਮਤ ਹੈ ਨਾ ਉਹ ਵੱਧਦੀ ਹੈ। ਅਕਲ ਤਾਂ ਹੀ ਆਉਂਦੀ ਹੈ ਜੇ ਕੋਈ ਕੰਮਕਾਰ ਕਰੀਏ ਤਾਂ ਮਤ ਪ੍ਰਕਾਸ਼ ਦੀ ਹੈ, ਭਾਵ ਸਮਝ ਪੈਂਦੀ ਹੈ ਜੇ ਕੋਈ ਕੰਮਕਾਰ ਕਰਨਾ ਕਰੀਏ। ਜਾਂ ਤੇ ਕਾਰ ਕਰਾਓ ਜੇ ਥੋਰੀ। ਜੇ ਇਸ ਕਰਕੇ ਹੁਣ ਮੈਂ ਆਪਣੇ ਪੁੱਤਰ ਕੋਲੋਂ ਥੋੜਾ ਕੋਈ ਕੰਮ ਜੇ ਕਰਵਾਉਣਾ ਕਰਾਂ। ਸਨਾ ਸਨੈ ਪਰਚੈ ਸਭ ਠੌਰੀ। ਹੌਲੀ ਹੌਲੀ ਫਿਰ ਸਭ ਕੰਮਾਂ ਵਿੱਚ ਮੇਰੇ ਪੁੱਤਰ ਦਾ ਮਨ ਜਿਹੜਾ ਉਹ ਪਰਚ ਜਾਵੇਗਾ, ਭਾਵ ਲੱਗ ਜਾਵੇਗਾ। ਅਸਵਿਦ ਲਖ ਕਾਲੂ ਮੁਖ ਭਾਖੀ। ਇਸ ਤਰ੍ਹਾਂ ਲੱਖ ਕੇ ਜਾਣ ਕੇ ਬਾਬਾ ਕਾਲੂ ਜੀ ਨੇ ਆਪਣੇ ਮੁਖ ਤੋਂ ਕਹਿਣਾ ਕੀਤਾ ਗੋ ਮਹਿਖੀ ਚਾਰੋ ਕਰ ਰਾਖੀ। ਕਿ ਕਹਿਣ ਲੱਗੇ ਜਿਹੜੇ ਘਰ ਵਿੱਚ ਰੱਖੀਆਂ ਹੋਈਆਂ ਗਾਵਾਂ ਤੇ ਮੱਝਾਂ ਆਪਣੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਐ ਕਿ ਇਹ ਭਾਈ ਤੁਸੀਂ ਹੁਣ ਪੁੱਤਰ ਜੀ ਚਾਰਨਾ ਕਰੋ। ਏਕ ਆਤਮਜ ਹਮਰੇ ਧਾਮੂ। ਤੇ ਸੋਚਦੇ ਐ ਕਿ ਕੋਈ ਪੁੱਤਰ ਸਾਡੇ ਘਰ ਦੇ ਅੰਦਰ ਹੈ। ਕਿਹ ਬਿਦ ਸਰੈ ਕਰੇ ਬਿਨ ਕਾਮੂ। ਤੇ ਕਿਸ ਤਰੀਕੇ ਨਾਲ ਹੁਣ ਸਰ ਸਕਦਾ ਹੈ ਕੰਮ ਕੀਤੇ ਤੋਂ ਬਿਨਾ। ਮਹਾਰਾਜ ਨੂੰ ਕਹਿੰਦੇ ਐ ਕਿ ਤੁਸੀਂ ਇਕਲੌਤੇ ਪੁੱਤਰ ਹੋ ਸਾਡੇ, ਤੇ ਕੰਮ ਕੀਤੇ ਤੋਂ ਬਿਨਾ ਹੁਣ ਕਿਵੇਂ ਫਿਰ ਬਣ ਆ ਸਕਦੀ ਹੈ। ਵੈਸਿਓ ਤਾਤ ਬਤੀਤੇ ਨਾਹੀ। ਬੈਠਿਆ ਹੋਇਆ ਪੁੱਤਰ ਸਮਾਂ ਜਿਹੜਾ ਨਾ ਫਿਰ ਬਤੀਤ ਨਹੀਂ ਹੁੰਦਾ, ਭਾਵ ਇਦਾਂ ਨਹੀਂ ਲੰਘਦਾ ਸਮਾਂ ਸੌਖਾ। ਕਰੋ ਕਾਰ ਨਿਜ ਮਨ ਪਰ ਚਾਹੀ। ਤੇ ਆਪਣੇ ਮਨ ਨੂੰ ਪਰਚਾਉਣ ਵਾਸਤੇ ਕੋਈ ਕਾਰ ਜਿਹੜਾ ਹੈ, ਕੋਈ ਕੰਮ ਉਹ ਕਰਨਾ ਚਾਹੀਦਾ ਜਦੋਂ ਕਿ ਮਨ ਲੱਗ ਜਾਵੇ। ਸਦਾ ਉਦਾਸ ਰਹੇ ਮਨ ਤੇਰੋ। ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੁਹਾਡਾ ਮਨ ਜਿਹੜਾ ਉਹ ਸਦਾ ਉਦਾਸ ਰਹਿੰਦਾ ਹੈ। ਪਰ ਚੋਹ ਪੁਨ ਹੋਏ ਛੀਰ ਬਧੇਰੋ। ਤੇ ਇਸ ਕੰਮ ਦੇ ਵਿੱਚ ਤੁਸੀਂ ਆਪਣੇ ਮਨ ਨੂੰ ਲਾਉਣਾ ਕਰੋ ਤੇ ਬਾਹਰੋਂ ਨਾਲੇ ਜਿਹੜਾ ਦੁੱਧ ਵੈ ਉਹ ਵੀ ਬਹੁਤਾ ਹੋਵੇਗਾ ਘਰ ਦੇ ਵਿੱਚ। ਦਾਸ ਚਰਾਵਤ ਰੀਤ ਬਿਗਾਰੀ। ਜਿਹੜੇ ਦਾਸ ਨੌਕਰ ਵੈ ਉਹ ਚਾਰਦੇ ਐ, ਉਹਨਾਂ ਨੇ ਪਰ ਸਾਰੀ ਰੀਤੀ ਜਿਹੜੀ ਹੈ ਗੱਲ ਉਹ ਵਿਗਾੜ ਹੀ ਦਿੱਤੀ ਹੈ। ਮੱਝਾਂ ਗਾਵਾਂ ਜਿਹੜੀਆਂ ਹਨ ਉਹ ਬਾਲੀਆਂ ਤੰਦਰੁਸਤ ਨਹੀਂ ਰਹੀਆਂ। ਹਰਤ ਤ੍ਰਿਣਨ ਤੁਮ ਆਨੋ ਚਾਰੀ। ਤੇ ਤੁਸੀਂ ਹਰਿਆ ਹਰਿਆ ਘਾਹ ਜਿਹੜਾ ਨਾ ਉਹ ਮੱਝਾਂ ਤੇ ਗਾਵਾਂ ਨੂੰ ਚਾਰ ਕੇ ਲਿਆਇਆ ਕਰੋ। ਕਹਿਓ ਪ੍ਰੀਤ ਸੋ ਕਰਤ ਦੁਲਾਰਾ। ਤੇ ਇਉਂ ਪਿਆਰ ਦੇ ਨਾਲ ਨਾ ਦੁਲਾਰ ਕਰਦਿਆਂ ਲਾਡ ਕਰਦਿਆਂ ਬਾਬਾ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਗੋਦ ਵਿੱਚ ਬਿਠਾ ਕੇ ਕਹਿਣਾ ਕੀਤਾ ਸੁਨ ਸ੍ਰੀ ਨਾਨਕ ਪੇ ਅਨੁਸਾਰਾ। ਸੁਣ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਿਤਾ ਜੀ ਦੇ ਬਚਨਾਂ ਦੇ ਅਨੁਸਾਰੀ ਹੋ ਗਏ। ਕਹਿਤ ਪਿਤਾ ਜੀ ਭੋਰ ਸਿਧਾਊ। ਕਹਿਣ ਲੱਗੇ ਪਿਤਾ ਜੀ ਜਦੋਂ ਸਵੇਰ ਹੋਵੇਗੀ ਅਸੀਂ ਮੱਝਾਂ ਗਊਆਂ ਚਾਰਨ ਜਾਵਾਂਗੇ। ਤੁਮ ਰਜਾਏ ਤੇ ਚਾਰ ਲਿਆਊ। ਤੁਹਾਡੀ ਆਗਿਆ ਮੁਤਾਬਕ ਸਾਰੀਆਂ ਗਾਵਾਂ ਮੱਝਾਂ
ਚਾਰ ਕੇ ਲਿਆਵਾਂਗੇ। ਅਸ ਕਹਿ ਰੈਨ ਬਿਖੈ ਪਰਸੋਏ। ਇਸ ਤਰ੍ਹਾਂ ਕਿਹਾ ਸੱਚੇ ਪਾਤਸ਼ਾਹ ਜੀ ਨੇ, ਤੇ ਰਾਤ ਦੇ ਸਮੇਂ ਇਉਂ ਬਰਾਜ ਕਰਕੇ ਤੇ ਸਮੇਂ ਜਿਹੜਾ ਹੈ ਉਹ ਸਮਾਂ ਬਤੀਤ ਕੀਤਾ। ਜਿਨ ਦਾਸਨ ਕੇ ਬੰਦ ਬਿਗੋਏ। ਐਸੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੇ ਸੇਵਕਾਂ ਦੇ ਬੰਧਨ ਨਾਸ਼ ਕੀਤੇ, ਸੇਵਕਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਉਂ ਬਰਾਜ ਕੇ ਮਹਾਰਾਜ ਸਾਹਿਬ ਜੀ ਰਾਤ ਬਤੀਤ ਕੀਤੀ। ਸ੍ਰੀ ਨਾਨਕ ਅਰਣੋਦਿ ਜਾਗੇ। ਜਦੋਂ ਮਹਾਰਾਜ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਜਾਗੇ ਤੇ ਸੂਰਜ ਦੇ ਜਦੋਂ ਚੜ੍ਹਨ ਦਾ ਵਕਤ ਹੋਇਆ ਏ, ਗੋ ਮਹਿਖੀ ਚਾਰਨ ਅਨੁਰਾਗੇ। ਸੱਚੇ ਪਾਤਸ਼ਾਹ ਜੀ ਮੱਝਾਂ ਤੇ ਗਊਆਂ ਦੇ ਚਾਰਨ ਵਾਸਤੇ ਸਤਿਗੁਰੂ ਜੀ ਲੱਗੇ ਗਰੀਬ ਨਵਾਜ। ਉਧਰ ਨੂੰ ਮਹਾਰਾਜ ਧਿਆਨ ਦਿੱਤਾ। ਨਿਜ ਹੱਥਨ ਦਾਮਨ ਤੇ ਖੋਲੀ। ਆਪਣੇ ਕਰ ਕਮਲਾਂ ਨਾਲ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਹਨਾਂ ਮੱਝਾਂ ਗਾਵਾਂ ਦੇ ਜਿਹੜੇ ਰੱਸੇ ਸੀ, ਸੰਗਲ ਸੀ, ਉਹ ਸਤਿਗੁਰਾਂ ਜੀ ਨੇ ਖੋਲਣਾ ਕੀਤੇ। ਉਹ ਤਲਵੰਡੀ ਨਗਰ ਦੀਆਂ ਉਸ ਸਮੇਂ ਦੀਆਂ ਉਹ ਮੱਝਾਂ, ਉਹ ਗਾਵਾਂ ਜਿਨ੍ਹਾਂ ਨੇ ਸ੍ਰੀ ਗੁਰੂ ਜੀ ਦਾ ਸਪਰਸ਼ ਪਾਇਆ, ਉਹ ਪ੍ਰਕਿਰਤੀ, ਉਹ ਆਸਮਾਨ, ਉਹ ਧਰਤੀ, ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਜਿਸ ਬਨਸਪਤੀ ਨੇ ਵੀ ਦਰਸ਼ਨ ਕੀਤੇ, ਜੀਵ ਤਾਂ ਧਨ ਹੋਣੇ ਸੀ। ਇਹ ਸਭ ਕੁਝ ਹੀ ਧਨਤਾ ਦੇ ਯੋਗ ਹੋ ਗਿਆ ਜਿਨ੍ਹਾਂ ਨੇ ਸ੍ਰੀ ਗੁਰੂ ਜੀ ਨੂੰ ਪਰਸ ਲਿਆ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਕਰ ਕਮਲਾਂ ਨਾਲ ਹਜੂਰ ਨੇ, ਜਿਨ੍ਹਾਂ ਕਰ ਕਮਲਾਂ ਦੇ ਨਾਲ ਸਭ ਜੀਆਂ ਨੂੰ ਸਦਗਤੀ ਪ੍ਰਾਪਤ ਹੋ ਜਾਂਦੀ ਹੈ, ਹਜੂਰ ਨੇ ਉਹਨਾਂ ਮੱਝਾਂ ਤੇ ਗਾਵਾਂ ਦੇ ਰੱਸੇ ਹਜੂਰ ਨੇ ਖੋਲੇ ਆ। ਹਾਂਕਤ ਚਲੇ ਇਕਤ ਕਰ ਟੋਲੀ। ਇੱਕ ਟੋਲੀ ਵੱਗ ਬਣਾ ਕਰਕੇ ਨਾ ਹਾਂਕਦੇ ਹੋਏ ਸਤਿਗੁਰੂ ਜੀ ਮੱਝਾਂ ਗਾਵਾਂ ਨੂੰ ਚੱਲ ਪਏ ਆ। ਲਏ ਲਸ਼ਟਕਾ ਦੇਤ ਹੰਗੂਰਾ। ਮਹਾਰਾਜ ਹੱਥ ਵਿੱਚ ਇੱਕ ਸੋਟੀ ਪਕੜੀ ਹੋਈ ਹੈ ਤੇ ਹੰਗੂਰਾ ਦਿੰਦੇ ਐ, ਜਿਵੇਂ ਪਸ਼ੂਆਂ ਨੂੰ ਪਿੱਛੋਂ ਜਿਹੜੀ ਆਵਾਜ਼ ਦਈਦੀ ਹੈ, ਇਉਂ ਰਖਵਾਲੇ ਪਸ਼ੂਆਂ ਦੇ ਜਿਵੇਂ ਆਵਾਜ਼ ਦਿੰਦੇ, ਉਵੇਂ ਸਤਿਗੁਰੂ ਜੀ ਹੰਗੂਰਾ ਦਿੰਦੇ ਆ। ਚਾਰਤ ਹਰਤ ਤ੍ਰਿਣਨ ਸੁਖ ਪੂਰਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸੁੱਖਾਂ ਨੂੰ ਦੇਣ ਵਾਸਤੇ ਪੂਰੇ ਹਨ ਗਰੀਬ ਨਵਾਜ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਉਂ ਹਰਿਆ ਘਾਹ ਜਿਹੜਾ ਹੈ ਉਹ ਮੱਝਾਂ ਤੇ ਗਾਵਾਂ ਨੂੰ ਚਾਰਦੇ ਐ ਤੇ ਉਹਨਾਂ ਨੂੰ ਵੀ ਪੂਰਾ ਸੁੱਖ ਸਤਿਗੁਰੂ ਜੀ ਦਿੰਦੇ ਆ। ਮਨਹੁ ਗੋਪਾਲ ਜੋ ਪਾਛਲ ਨਾਮਾ। ਤੇ ਇਉਂ ਕਵੀ ਰਾਜ ਇੱਥੇ ਪ੍ਰਮਾਣ ਦੇ ਕਰਕੇ ਕੇਵਲ ਕਹਿੰਦੇ, ਕਿਵੇਂ ਜਿਵੇਂ ਕ੍ਰਿਸ਼ਨ ਜੀ ਨੇ ਜੋ ਪਿਛਲਾ ਨਾਮ ਸੀ ਗੋਪਾਲ, ਪ੍ਰਗਟ ਕਰਤ ਹੈ ਜਨ ਸੁਖ ਧਾਮਾ। ਜਿਵੇਂ ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸੇ ਨਾਮ ਨੂੰ ਜਿਵੇਂ ਪ੍ਰਗਟ ਕਰ ਰਹੇ ਐ, ਪਰ ਸ੍ਰੀ ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹ ਕਵੀ ਰਾਜ ਨੇ ਦ੍ਰਿਸ਼ਟਾਂਤ ਇੱਕ ਅੰਗੀ ਦਿੱਤਾ ਹੈ, ਸੋਭਾ ਤੋਂ ਦਿੱਤਾ ਹੈ ਕਿ ਜਿਵੇਂ ਕ੍ਰਿਸ਼ਨ ਜੀ ਨੇ ਗਾਵਾਂ ਚਾਰੀਆਂ ਸੀ, ਐਵੇਂ ਸ੍ਰੀ ਗੁਰੂ ਜੀ ਮਹਾਰਾਜ ਜੀ ਵੀ ਮੱਝਾਂ ਗਾਵਾਂ ਸਤਿਗੁਰੂ ਜੀ ਚਾਰਨ ਵਾਸਤੇ ਖੇਤ ਵਿੱਚ ਗਰੀਬ ਨਵਾਜ ਜੀ ਜੰਗਲ ਵਿੱਚ ਲੈ ਕਰਕੇ ਗਏ ਐ। ਸ੍ਰੀ ਕ੍ਰਿਸ਼ਨ ਜੀ ਤਾਂ ਇਸ ਪ੍ਰਕਾਰ ਜੋ ਹਨ ਉਹ 14 ਕਲਾ ਸੰਪੂਰਨ, ਵਾਹਿਗੁਰੂ 16 ਕਲਾ ਸੰਪੂਰਨ ਅਵਤਾਰ ਹੋਏ ਐ, ਵਿਸ਼ਨੂੰ ਜੀ ਦਾ ਅਵਤਾਰ ਹੋਏ ਐ। ਸੱਚੇ ਪਾਤਸ਼ਾਹ ਆਪ ਖੁਦ ਨਿਰੰਕਾਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਇਹ ਤਾਂ ਹਜੂਰ ਨੇ ਪਿਤਾ ਜੀ ਦੇ ਕਹਿਣ ਤੇ ਸਾਰੇ ਚੋਜ ਕੀਤੇ ਆ। ਮੰਦ ਮੰਦ ਸ਼ੁਭ ਸੁਰਬੀ ਪਾਛੇ। ਤੇ ਹੌਲੀ ਹੌਲੀ ਸਾਰੀਆਂ ਗਾਵਾਂ ਦੇ ਪਿੱਛੇ ਸਭ ਬਾਸੁਰ ਚਾਰਤ ਤ੍ਰਿਣ ਆਛੇ। ਸਾਰਾ ਦਿਨ ਸੱਚੇ ਪਾਤਸ਼ਾਹ ਚੰਗੀ ਤਰ੍ਹਾਂ ਹਜੂਰ ਘਾਹ ਚਾਰਦੇ ਰਹੇ ਆ। ਭਈ ਸੰਜ ਪੁਰ ਦਿਸ ਕੋ ਮੋਰੀ। ਜਦੋਂ ਸ਼ਾਮ ਹੋਈ ਨਾ ਫਿਰ ਮਹਾਰਾਜ ਨੇ ਨਗਰ ਦੇ ਦਿਸ਼ਾ ਵੱਲ ਨੂੰ ਸਾਰੀਆਂ ਮੱਝਾਂ ਗਾਵਾਂ ਜਿਹੜੀਆਂ ਸੀ ਮੋੜਨਾ ਕੀਤੀਆਂ। ਆਏ ਅਗਾਈ ਸਵਲੀ ਗੋਰੀ। ਤੇ ਸਾਰੀਆਂ ਜਿਹੜੀਆਂ ਕਾਲੀਆਂ ਗੋਰੀਆਂ ਜਿਹੜੇ ਮੱਝਾਂ ਜਿਹੜੀਆਂ ਹਨ ਉਹ ਰੱਜ ਕੇ ਆਈਆਂ ਹਨ। ਕਾਲੂ ਹੇਰ ਹਰਖ ਉਰ ਭਾਰੀ। ਤੇ ਕਾਲੂ ਬਾਬਾ ਕਾਲੂ ਜੀ ਵੇਖ ਕਰਕੇ ਬੜਾ ਮਨ ਦੇ ਅੰਦਰ ਖੁਸ਼ ਹੋਏ ਐ ਕਿ ਸ੍ਰੀ ਗੁਰੂ ਜੀ ਕਾਰਜ ਵਿੱਚ ਲੱਗ ਗਏ ਆਪਣੀ ਚਾਹ ਮੁਤਾਬਕ, ਇੱਛਾ ਮੁਤਾਬਕ। ਲਖਿਓ ਕੇ ਲਗਿਓ ਮੋਹ ਸੁਤਕਾਰੀ। ਤੇ ਲਖਿਓ ਜਾਣਿਆ ਕਿ ਮੇਰਾ ਪੁੱਤਰ ਹੁਣ ਕੰਮੇ ਲੱਗ ਗਿਆ ਏ। ਸਨੇ ਸਨੇ ਪਰਚੇ ਸਭ ਕਾਮੂ। ਹੌਲੀ ਹੌਲੀ ਸਾਰੇ ਕੰਮਾਂ ਵਿੱਚ ਆਪੇ ਹੀ ਪਰਚ ਜਾਣਗੇ, ਧਿਆਨ ਲੱਗ ਜਾਏਗਾ, ਜੀ ਲੱਗ ਜਾਏਗਾ। ਤਜਹਿ ਉਦਾਸੀ ਹਿਤ ਕਰ ਧਾਮੂ। ਤੇ ਆਪਣੇ ਹਿਰਦੇ ਦੇ ਅੰਦਰੋਂ ਫਿਰ ਉਦਾਸੀ ਜਿਹੜੀ ਹੈ ਨਾ ਉਹ ਉਦਾਸ ਬਿਰਤੀ ਨੂੰ ਤਿਆਗ ਦੇਣਗੇ, ਭਾਵ ਛੱਡ ਦੇਣਗੇ। ਘਰ ਵਿੱਚ ਇਹਨਾਂ ਦਾ ਹਿੱਤ ਜਿਹੜਾ ਪਿਆਰ ਫਿਰ ਲੱਗ ਜਾਵੇਗਾ। ਹੁਣ ਤਾਂ ਘਰ ਵਿੱਚ ਕਿਸੇ ਨਾਲ ਬੋਲਦੇ ਚਾਲਦੇ ਨਹੀਂ ਨਾ, ਮਹਾਰਾਜ ਆਪ ਦੇ ਮਸਤ ਬਿਰਤੀ 'ਚ ਰਹਿੰਦੇ ਐ।
ਤੇ ਬਾਬਾ ਕਾਲੂ ਜੀ ਸੋਚਦੇ ਘਰ ਵਿੱਚ ਫਿਰ ਸਾਰਿਆਂ ਨਾਲ ਜੀ ਲੱਗੇਗਾ, ਉਦਾਸ ਬਿਰਤੀ ਨੂੰ ਛੱਡ ਦੇਣਗੇ। ਆਨ ਬਿਰਾਜੇ ਨਿਜ ਪ੍ਰਭ ਸਦਨਾ। ਸੱਚੇ ਪਾਤਸ਼ਾਹ ਜੀ ਆਪਣੇ ਘਰ ਵਿੱਚ ਹਜੂਰ ਆ ਕਰਕੇ ਬਿਰਾਜੇ ਆ। ਸੁੰਦਰ ਕਮਲ ਪ੍ਰਫੁੱਲਤ ਬਦਨਾ। ਮਹਾਰਾਜ ਜੀ ਦਾ ਸੁੰਦਰ ਕਮਲ ਸ਼੍ਰੀ ਕਾ ਮੁਖੜਾ ਹੈ, ਬੜਾ ਹੀ ਖਿੜਿਆ ਹੋਇਆ ਸਤਿਗੁਰਾਂ ਜੀ ਦਾ ਪਵਿੱਤਰ ਮੁਖਾਰ ਬਿੰਦ ਹੈ। ਪੈ ਪੁਨ ਪਿਓ ਖਾਨ ਕਰ ਅਸਨਾ। ਤੇ ਸਤਿਗੁਰਾਂ ਜੀ ਨੇ ਫਿਰ ਦੁੱਧ ਛਕਿਆ ਹੈ ਤੇ ਛਕ ਕਰਕੇ ਭੋਜਨ ਆਦਿਕ ਪੌਡੇ ਪਾਏ ਦੇਹ ਪਰ ਬਸਨਾ। ਸੱਚੇ ਪਾਤਸ਼ਾਹ ਜੀ ਆਪਣੀ ਪਾਵਨ ਦੇਹ ਦੇ ਉੱਤੇ ਬਸਤਰ ਲੈ ਕੇ ਹਜੂਰ ਫਿਰ ਬਿਰਾਜੇ ਆ। ਕਾਲੂ ਉਠਿਓ ਵੱਡੀ ਭੁਨ ਸਾਰਾ। ਵੱਡੇ ਅੰਮ੍ਰਿਤ ਵੇਲੇ ਬਾਬਾ ਕਾਲੂ ਜੀ ਜਾਗ ਪਏ ਹਨ ਸੁਤ ਨਾਨਕ ਉਠ ਬਚਨ ਉਚਾਰਾ। ਤੇ ਇਉਂ ਆਪਣੇ ਮੁਖ ਤੋਂ ਆਵਾਜ਼ ਦਿੱਤੀ ਹੈ, ਹੇ ਪੁੱਤਰ ਨਾਨਕ ਉੱਠਣਾ ਕਰੋ। ਇਉਂ ਬਾਬਾ ਕਾਲੂ ਜੀ ਨੇ ਆਵਾਜ਼ ਦਿੱਤੀ ਹੈ ਸ੍ਰੀ ਗੁਰੂ ਜੀ ਨੂੰ। ਪਿਤਾ ਬੈਨ ਸੁਨ ਕਰ ਜਗ ਸੁਆਮੀ। ਜਗਤ ਦੇ ਮਾਲਕ ਸਤਿਗੁਰੂ ਜੀ ਆਪਣੇ ਪਿਤਾ ਜੀ ਦੀ ਆਵਾਜ਼ ਸੁਣ ਕਰਕੇ, ਇਹ ਤਾਂ ਸਤਿਗੁਰੂ ਜੀ ਸੰਸਾਰਕ ਰੀਤੀ ਕਰਦੇ ਐ, ਹਜੂਰ ਤਾਂ ਸਦਾ ਹੀ ਜਾਗਦੇ ਆ। ਸੱਚੇ ਪਾਤਸ਼ਾਹ ਜੀ ਮਹਾਰਾਜ ਤਾਂ ਕੌਤਕ ਕਰਨ ਲਈ ਆਏ ਆ ਗਰੀਬ ਨਵਾਜ। ਇਉਂ ਸੱਚੇ ਪਾਤਸ਼ਾਹ ਸਰੀਰਕ ਮਰਿਆਦਾ ਨੂੰ ਵੀ ਸਤਿਗੁਰਾਂ ਰੱਖ ਕੇ ਵਿਖਾਇਆ ਹੈ। ਮਹਾਰਾਜ ਪਿਤਾ ਜੀ ਦੀ ਆਵਾਜ਼ ਦੇ ਨਾਲ ਮਾਲਕ ਸਤਿਗੁਰੂ ਜੀ ਸਾਰੇ ਜਗਤ ਦੇ ਗੁਰੂ ਨਾਨਕ ਸਾਹਿਬ ਉੱਠੇ ਹਨ। ਸੁਰਬੀ ਖੋਲ ਭਏ ਅਨੁਗਾਮੀ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਇਉਂ ਸਾਰੀਆਂ ਮੱਝਾਂ ਤੇ ਗਾਵਾਂ ਖੋਲ ਕਰਕੇ ਹਜੂਰ ਉਹਨਾਂ ਦੇ ਪਿੱਛੇ ਗਰੀਬ ਨਵਾਜੀ ਲੱਗ ਤੁਰੇ ਆ। ਜਹਾਂ ਖੇਤ ਸੁੰਦਰ ਹਰਿਆਈ। ਜਿੱਥੇ ਖੇਤ ਹੈ ਬੜਾ ਸੁੰਦਰ ਹਰਿਆ ਭਰਿਆ। ਬਾਰ ਬਾਰ ਬਾਰੀ ਬਰਿਆਈ। ਉੱਥੇ ਤੇ ਸਮੇਂ ਵਾੜ ਨੂੰ ਖੋਲ ਕਰਕੇ ਨਾ ਤੋੜ ਕਰਕੇ ਤੇ ਮੱਲੋ ਜੋਰੀ ਉਹਦੇ ਵਿੱਚ ਸਤਿਗੁਰਾਂ ਜੀ ਨੇ ਮੱਝਾਂ ਜਿਹੜੀਆਂ ਸੀ ਵਾੜ ਦਿੱਤੀਆਂ। ਆਪ ਸੋਏਗੇ ਹੋਏ ਸੁਖਾਰੇ। ਆਪ ਸੁਖ ਦੇ ਸਹਿਤ ਸੱਚੇ ਪਾਤਸ਼ਾਹ ਜੀ ਆਰਾਮ ਕਰਨ ਲੱਗ ਗਏ। ਖਾਤ ਖੇਤ ਨਹਿ ਅਨੰਤ ਪਧਾਰੇ। ਖਾਂਦੀਆਂ ਹੋਈਆਂ ਖੇਤ ਨੂੰ ਮੱਝਾਂ ਗਾਵਾਂ ਹੋਰ ਕਿਸੇ ਪਾਸੇ ਨਹੀਂ ਗਈਆਂ। ਜਬ ਸਭ ਚਰ ਗਈ ਗੋ ਗੋ ਧੂਮਾ। ਜਦੋਂ ਸਾਰੀਆਂ ਗਾਵਾਂ ਮੱਝਾਂ ਕਣਕ ਨੂੰ ਚਰ ਗਈਆਂ ਚੰਗੀ ਤਰ੍ਹਾਂ। ਦਿਵਸ ਚਰੇ ਆਇਓ ਵਹਿ ਭੂਮਾ। ਜਦੋਂ ਦਿਨ ਚੜਿਆ ਤੇ ਜਿਹੜਾ ਸੀਗਾ ਕਿਸਾਨ ਮਾਲਕ, ਉਹ ਅਨਾਜ ਦਾ ਕਣਕ ਦਾ ਖੇਤ ਦਾ ਉਹ ਆਇਆ ਚੱਲ ਕਰਕੇ। ਫੇਰ ਕਿਦਾਰ ਸੋ ਭਇਓ ਹੈਰਾਨਾ। ਆਪਣੇ ਕਿਦਾਰ ਖੇਤ ਨੂੰ ਵੇਖ ਕਰਕੇ ਉਹ ਬੜਾ ਹੀ ਜ਼ਿਮੀਂਦਾਰ ਹੈਰਾਨ ਹੋਇਆ ਕ੍ਰਿਸ਼ਚਾਰੀ ਕਿਨ ਢੀਠ ਮਹਾਨਾ। ਕਿ ਕਿਹੜਾ ਐਡਾ ਢੀਠ ਹੈ ਜਿਨੇ ਮੇਰੀ ਸਾਰੀ ਖੇਤੀ ਚਾਰ ਦਿੱਤੀ ਹੈ। ਸਿੰਚ ਸਿੰਚ ਮੈਂ ਬਹੁ ਦਿਨ ਹਾਰਿਓ। ਮੈਂ ਤਾਂ ਪਾਣੀ ਸਿੰਚ ਕੇ ਭਾਵ ਲਾ ਲਾ ਕਰਕੇ ਖੇਤੀ ਨੂੰ ਪਾਲ ਕੇ ਬਹੁਤ ਦਿਨਾਂ ਤੱਕ ਹਾਰ ਗਿਆ। ਭਾਵ ਬੜੇ ਔਖਿਆਂ ਹੋ ਕਰਕੇ ਮੈਂ ਖੇਤੀ ਨੂੰ ਪਾਲਣਾ ਕੀਤਾ। ਕਿਹ ਨਿਡਰ ਸਭ ਖੇਤ ਉਜਾਰਿਓ। ਤੇ ਕਿਸ ਨੇ ਬੇਡਰ ਹੋ ਕਰਕੇ ਡਰ ਤੋਂ ਰਹਿਤ ਹੋ ਕੇ ਮੇਰਾ ਸਾਰਾ ਖੇਤ ਹੀ ਉਜਾੜ ਦਿੱਤਾ ਏ। ਖਾਏ ਅਗਾਈ ਰਹੀ ਵਿੱਚ ਬੈਸੀ। ਤੇ ਮੱਝਾਂ ਗਾਵਾਂ ਖਾ ਕੇ ਨਾ ਰੱਜ ਕੇ ਤੇ ਉਹ ਵਿੱਚੇ ਹੀ ਬੈਠ ਗਈਆਂ, ਖੇਤ ਦੇ ਕਿਸੇ ਪਾਸੇ ਨਾ ਗਈਆਂ। ਲਖੀ ਕਿਨਹਿ ਬਿਨ ਖਸਮੀ ਜੈਸੀ। ਤੇ ਇਉਂ ਨੇ ਲਖਿਆ ਜਾਣਿਆ ਕਿ ਜਿਨ੍ਹਾਂ ਇਹਨਾਂ ਦਾ ਮਾਲਕ ਨਹੀਂ ਕੋਈ ਹੈ। ਇਉਂ ਆਵਾਜ਼ ਦੇ ਕੇ ਕਹਿੰਦਾ ਹੈ ਕਿ ਇਹ ਬਿਨ ਖਸਮੀਆਂ ਹਨ, ਭਾਵ ਇਹਨਾਂ ਦਾ ਕੋਈ ਮਾਲਕ ਨਹੀਂ ਹੈ। ਬਚ ਉੱਚੇ ਸੁਨ ਸ੍ਰੀ ਗੁਰ ਜਾਗੇ। ਜਦੋਂ ਇਹਨੇ ਉੱਚੀ ਬੋਲਿਆ ਨਾ ਇਹ ਜ਼ਿਮੀਂਦਾਰ, ਤੇ ਸਤਿਗੁਰੂ ਜੀ ਇਹਦੇ ਬੋਲ ਸੁਣ ਕੇ ਗਰੀਬ ਨਵਾਜ ਜੀ ਜਾਗ ਪਏ। ਉਠ ਕਰ ਵਹਿਰ ਨਿਕਾਸਨ ਲਾਗੇ। ਸੱਚੇ ਪਾਤਸ਼ਾਹ ਜੀ ਉੱਠ ਕਰਕੇ ਮੱਝਾਂ ਤੇ ਗਊਆਂ ਨੂੰ ਖੇਤ ਚੋਂ ਬਾਹਰ ਕੱਢਣ ਲੱਗ ਗਏ। ਰਾਹਕ ਕਰਤ ਕ੍ਰੋਧ ਕਹਿ ਉੱਚਾ। ਤੇ ਜਿਹੜਾ ਜ਼ਿਮੀਂਦਾਰ ਸੀ ਉਹ ਗੁੱਸੇ ਵਿੱਚ ਆ ਗਿਆ ਤੇ ਕ੍ਰੋਧ ਵਿੱਚ ਤੇ ਸਮੇਂ ਉੱਚੀ ਬੋਲਣ ਲੱਗਾ। ਜਾਨ ਨ ਦਿਓ ਤੁਮਹੇ ਘਰ ਸੂਚਾ। ਕਹਿਣ ਲੱਗਾ ਹੁਣ ਘਰ ਜਿਹੜਾ ਹੈ ਨਾ ਉਹ ਮੈਂ ਇਸ ਤਰ੍ਹਾਂ ਤੁਹਾਨੂੰ ਹੁਣ ਜਾਣ ਨਹੀਂ ਦੇਵਾਂਗਾ। ਜਿਹੜਾ ਇਸ ਤਰੀਕੇ ਦੇ ਨਾਲ ਕਿ ਬਿਨਾਂ ਜਿਹੜਾ ਹੁਣ ਕੋਈ ਸਜ਼ਾ ਤੋਂ ਭਾਵ ਕੋਈ ਸਜ਼ਾ ਦਿੱਤੇ ਤੋਂ ਬਿਨਾਂ ਮੈਂ ਸੁੱਚਿਆਂ ਘਰ ਵਿੱਚ ਨਹੀਂ ਜਾਣ ਦਿਆਂਗਾ। ਸਭ ਕਿਦਾਰ ਕੋ ਭਰੋ ਉਜਾਰਾ। ਜਿਹੜਾ ਮੇਰਾ ਸਾਰਾ ਖੇਤ ਉਜਾੜਿਆ ਹੈ ਇਹਦਾ ਸਾਰਾ ਹੀ ਹਰਜਾਨਾ ਭਰਨਾ ਪਵੇਗਾ। ਨ ਤੁਰ ਚਲੋ ਟਿਗਰਾਏ ਬੁਲਾਰਾ। ਨਹੀਂ ਤਾਂ ਰਾਏ ਬੁਲਾਰ ਦੇ ਕੋਲ ਚੱਲਣਾ ਕਰੋ। ਅਸ ਕਹੈ ਸਭ ਸੁਰਬੀ ਲੈ ਹਾਂਕੀ। ਇਸ ਤਰ੍ਹਾਂ ਕਹਿ ਕੇ ਨਾ ਉਸ ਜ਼ਿਮੀਂਦਾਰ ਨੇ ਸਾਰੀਆਂ ਮੱਝਾਂ ਤੇ ਗਾਵਾਂ
ਜਿਹੜੀਆਂ ਅਸੀਂ ਹਿੱਕ ਲੈਣਾ ਕੀਤੀਆਂ। ਰਿਸ ਪੁਨ ਛੋਕ ਬਿਖੈ ਮਤ ਤਾਂ ਕੀ। ਤੇ ਗੁੱਸੇ ਵਿੱਚ ਤੇ ਦੁੱਖ ਵਿੱਚ ਉਸ ਦੀ ਮਤ ਜਿਹੜੀ ਆ ਉਹ ਤੇ ਸਮੇਂ ਲਿਪਟੀ ਹੋਈ ਆ, ਭਾਵ ਦੁੱਖ ਬਹੁਤ ਮੰਨ ਰਿਹਾ ਹੈ ਤੇ ਬਹੁਤ ਉਹਨੂੰ ਗੁੱਸਾ ਕ੍ਰੋਧ ਬੜਾ ਚੜਿਆ ਏ। ਪੁਨ ਕਮਲਾਨਨ ਬਚਨ ਉਚਾਰੇ। ਸਤਿਗੁਰਾਂ ਜੀ ਨੇ ਉਹਨੂੰ ਗੁੱਸੇ ਵਿੱਚ ਤੇ ਦੁਖੀ ਵੇਖ ਕਰਕੇ ਕਮਲ ਸ਼੍ਰੀ ਕੇ ਮੁਖ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਮੁਖ ਤੋਂ ਹਜੂਰ ਨੇ ਬਚਨ ਕਰਨਾ ਕੀਤੇ। ਗੋਦਨ ਤਜ ਦੇਹੋ ਸ਼ੋਕ ਬਿਸਾਰੇ। ਮਹਾਰਾਜ ਕਹਿਣ ਲੱਗੇ ਜਿਹੜਾ ਅਨਾਜ ਦਾ ਉਜਾੜੇ ਦਾ ਦੁੱਖ ਹੈ ਨਾ, ਉਹਨੂੰ ਛੱਡ ਦਿਓ ਹੈ ਜ਼ਿਮੀਂਦਾਰ ਜੀ, ਤੇ ਦੁੱਖ ਸ਼ੋਕ ਆਪਣੇ ਮਨ ਵਿੱਚੋਂ ਭੁਲਾ ਦੇਣਾ ਕਰੋ। ਪਰਾ ਲਬਦ ਤੁਮਰੀ ਹੈ ਜੇਤੀ। ਜਿੰਨੀ ਕ ਹੈ ਜ਼ਿਮੀਂਦਾਰ ਤੇਰੀ ਪਰਾ ਰਬਦ ਹੈ, ਬਰਕਤ ਪਾਏ ਪ੍ਰਭੂ ਅਬ ਤੇਤੀ। ਉਨੀ ਹੀ ਮੇਰਾ ਵਾਹਿਗੁਰੂ ਪ੍ਰਭੂ ਜਿਹੜਾ ਨਾ ਉਹ ਬਰਕਤ ਪਾ ਦੇਵੇਗਾ ਪਰਮੇਸ਼ਰ ਇਸ ਦੇ ਅੰਦਰ। ਬਿਗੜਨ ਹਾਰ ਬਿਗੜ ਸੋ ਜਾਈ। ਜਿਹੜੀ ਵਿਗੜਨਹਾਰ ਹੈ, ਭਾਵ ਵਿਗੜਨ ਵਾਲੀ ਗੱਲ ਹੈ, ਉਹ ਵਿਗੜ ਹੀ ਜਾਂਦੀ ਹੈ। ਬਹੁਰ ਨਾ ਸਬਰਹਿ ਕਰਹਿ ਲੜਾਈ। ਲੜਾਈ ਕਰਨ ਨਾਲ ਤਾਂ ਬਾਹਰੋਂ ਨਹੀਂ ਨਾ ਫਿਰ ਸਬਰਦੀ, ਉਹ ਸੁਧਰਦੀ ਨਹੀਂ, ਫਿਰ ਸਬਰਦੀ ਨਹੀਂ। ਫਿਰ ਜੇ ਲੜਾਈ ਕਰਨਾ ਕਰੀਏ ਬਾਅਦ ਵਿੱਚ, ਜੋ ਨਿਜ ਭਾਗ ਸਵਰਨੀ ਹੋਈ। ਜਿਹੜੇ ਤੇਰੇ ਭਾਗਾਂ ਵਿੱਚ ਜੇ ਸਵਰਨੀ ਹੋਈ, ਭਾਵ ਚੰਗੀ ਬਣਨੀ ਹੋਈ, ਤਿਹ ਨਾ ਵਿਗਾੜ ਸਕੈ ਕੋਹ ਕੋਈ। ਉਹਨੂੰ ਦੱਸ ਕੋਈ ਕਿਸ ਤਰ੍ਹਾਂ ਫਿਰ ਵਿਗਾੜ ਸਕਦਾ ਹੈ? ਉਹਨੂੰ ਕੋਈ ਨਹੀਂ ਵਿਗਾੜ ਸਕਦਾ। ਜੇ ਤੇਰੇ ਭਾਗਾਂ ਵਿੱਚ ਹੋਈ ਤਾਂ ਕਿਵੇਂ ਤੇਰਾ ਨੁਕਸਾਨ ਹੋਵੇਗਾ। ਜਗਤ ਨਾਥ ਕੇ ਹੈ ਸਭ ਹਾਥਾ। ਸਾਰਾ ਕੁਝ ਮੇਰੇ ਜੋ ਜਗਤ ਦਾ ਮਾਲਕ ਵਾਹਿਗੁਰੂ ਹੈ ਪਰਮੇਸ਼ਰ, ਉਹਦੇ ਹੱਥ ਵਿੱਚ ਹੈ। ਸੁਨਿਓ ਨਾ ਕਹੂੰ ਦੁਤੀਏ ਕੀ ਗਾਥਾ। ਤੇ ਇਸ ਪ੍ਰਕਾਰ ਸੁਣਿਆ ਨਹੀਂ ਅਸੀਂ ਕਿਤੇ ਦੂਜੇ ਦੀ ਕੋਈ ਕਥਾ, ਪਰਮੇਸ਼ਰ ਦੇ ਹੱਥ ਵਿੱਚ ਹੈ ਸਭ ਕੁਝ। ਤਜੋ ਧੇਨ ਅਸ ਬਿਦ ਜੀ ਜਾਨੀ। ਇਸ ਤਰ੍ਹਾਂ ਆਪਣੇ ਦਿਲ ਵਿੱਚ ਜਾਣ ਕਰਕੇ ਨਾ ਆਪਣੀ ਪਰਾ ਰਬਦ ਨੂੰ ਤੇ ਸਾਡੀਆਂ ਜਿਹੜੀਆਂ ਗਾਵਾਂ ਤੇ ਮੱਝਾਂ ਉਹ ਛੱਡ ਦੇਣਾ ਕਰ। ਬੀਤੀ ਕੀ ਨਾ ਬਿਥਾਰ ਕਹਾਣੀ। ਜਿਹੜੀ ਗੱਲ ਹੁਣ ਬੀਤ ਗਈ ਹੈ ਉਸ ਗੱਲ ਨੂੰ ਨਾ ਫਰੋਲਣਾ ਕਰ। ਸੁਨੈ ਨਾ ਬਚ ਬਾਰਿਹ ਬਹੁ ਤੇਰਾ। ਤੇ ਇਹ ਗੱਲ ਤਾਂ ਸੁਣਦਾ ਹੀ ਨਹੀਂ ਮਹਾਰਾਜ ਜੀ ਦੀ ਜ਼ਿਮੀਂਦਾਰ, ਤੇ ਬਾਰ-ਬਾਰ ਬਹੁਤ ਜ਼ਿਆਦਾ। ਜਿਹ ਕ੍ਰਿਸ਼ ਕੋ ਭਾਸ਼ੋਕ ਕਨੇਰਾ। ਜਿਹਨੂੰ ਆਪਣੀ ਖੇਤੀ ਦੇ ਉੱਜੜ ਜਾਣ ਦਾ ਭਾਰੀ ਦੁੱਖ ਹੈ, ਬਾਰ-ਬਾਰ ਬੋਲਦਾ ਏ। ਝਗਰਤ ਪਹੁੰਚੇ ਤਹਿਵਾ। ਲੜਦਿਆਂ ਇਹ ਮਹਾਰਾਜ ਜੀ ਨਾਲ ਝਗੜਦਾ ਸ੍ਰੀ ਗੁਰੂ ਜੀ ਤਾਂ ਇੱਕ ਵਾਰੀ ਕਹਿ ਕੇ ਕਿ ਭਾਈ ਤੇਰੀ ਪਰਾ ਰਬਦ ਹੈ, ਜੇ ਵਾਹਿਗੁਰੂ ਨੇ ਸਵਾਰ ਨਹੀਂ ਹੋਈ ਤਾਂ ਕੋਈ ਇਹਨੂੰ ਕੀ ਨੁਕਸਾਨ ਪਹੁੰਚਾ ਸਕਦਾ ਹੈ, ਤੇ ਤੂੰ ਜਿਹੜਾ ਆਪਣੀ ਪਰਾ ਰਬਦ ਦਾ ਸ਼ਾਕਰ ਬਣ। ਤੇ ਪਰ ਇਹ ਅੱਗੋਂ ਬੋਲੀ ਗਿਆ ਜ਼ਿਮੀਂਦਾਰ ਝਗੜਦਾ ਫਿਰ ਜਿਹੜਾ ਨਾ ਸ੍ਰੀ ਗੁਰੂ ਜੀ ਦੇ ਨਾਲ ਤੇ ਉੱਥੇ ਪਹੁੰਚ ਗਏ ਹਨ। ਰਾਏ ਬੁਲਾਰੂ ਬੈਠਿਓ ਜਹਵਾਨ। ਜਿੱਥੇ ਰਾਏ ਬੁਲਾਰ ਜੀ ਬੈਠੇ ਹੋਏ ਨੇ। ਰਾਹਕ ਉੱਚੇ ਕੀਨ ਪੁਕਾਰੀ। ਉੱਚੀ ਆ ਕਰਕੇ ਜ਼ਿਮੀਂਦਾਰ ਨੇ ਪੁਕਾਰ ਕਰਨਾ ਕੀਤੀ। ਮੋਹ ਖੇਤ ਸਭ ਦੀਨ ਉਜਾਰੀ। ਕਿ ਹੇ ਰਾਏ ਬੁਲਾਰ ਜੀ, ਮੇਰਾ ਸਾਰਾ ਖੇਤ ਉਜਾੜ ਦਿੱਤਾ ਗਿਆ ਏ। ਦੀਰਗ ਬਹੁ ਗੂਦੂਮ ਸੋ ਮੇਰੇ ਤਾਂ ਜਿਹੜੀ ਸੀ ਖੇਤੀ ਬੜੀ ਦੀਰਘ ਵੱਡੀ ਉੱਚੀ ਲੰਮੀ ਕਣਕ ਹੋ ਚੁੱਕੀ ਸੀਗੀ। ਖਾਈ ਮਹਿਖਨ ਆਜ ਸਵੇਰੇ ਹੀ ਸਾਰੀ ਜਿਹੜੀ ਕਣਕ ਵਾ ਉਹ ਮੱਝਾਂ ਨੇ ਖਾ ਲਈ ਹੈ। ਤਾਤ ਤਾਹੇ ਜੋ ਤਬ ਪਟਵਾਰੀ। ਜੋ ਤੁਹਾਡੇ ਘਰ ਦੇ ਪਟਵਾਰੀ ਹਨ ਨਾ ਬਾਬਾ ਕਾਲੂ ਜੀ, ਉਹਨਾਂ ਦੇ ਪੁੱਤਰ ਨੇ। ਕਰਤ ਹਕੂਮਤ ਸੁਰਤ ਵਿਸਾਰੀ। ਉਹਨਾਂ ਨੇ ਇਸ ਪ੍ਰਕਾਰੇ ਉਜਾੜਾ ਕੀਤਾ, ਉਹਨਾਂ ਦੇ ਪੁੱਤਰ ਨੇ, ਤੇ ਹਕੂਮਤ ਕਰਦਿਆਂ ਹੋਇਆਂ ਜਿਹੜੀ ਹੈ ਇਹ ਸੁਰਤੀ ਭੁਲਾ ਦਿੱਤੀ ਹੈ ਕਿ ਅਸੀਂ ਜਿਹੜਾ ਹੈ ਉਹ ਕਿਸੇ ਦਾ ਨੁਕਸਾਨ ਕਰ ਰਹੇ ਹਾਂ। ਕਰੋ ਤਪਾਵਸ ਭੂਪਤ ਮੇਰੋ। ਹੇ ਰਾਜਾ ਰਾਏ ਬੁਲਾਰ ਜੀ, ਜਿਹੜਾ ਤੁਸੀਂ ਮੇਰਾ ਤਪਾਵਸ ਨਿਆਂ ਕਰਨਾ ਕਰੋ। ਨਾ ਤੁਰ ਉਜਰੇ ਨਗਰ ਸੋ ਤੇਰੋ। ਨਹੀਂ ਤਾਂ ਤੁਹਾਡਾ ਵਸਾਇਆ ਹੋਇਆ ਇਹ ਸਾਰਾ ਨਗਰ ਹੀ ਫਿਰ ਉੱਜੜ ਜਾਵੇਗਾ। ਦਿਨ ਪ੍ਰਤ ਅਸ ਬਿਦ ਜੇ ਕ੍ਰਿਸ਼ ਉਜਰੈ। ਤੇ ਹਰ ਰੋਜ਼ ਜੇ ਇਸ ਪ੍ਰਕਾਰ ਖੇਤੀਆਂ ਉੱਜੜਨਗੀਆਂ। ਰਾਹਕ ਕੈਸ ਬਸਾਸ ਗੁਜਰੈ। ਤੇ ਜਿਹੜੇ ਰਾਹਕ ਕਿਸਾਨ ਹਨ ਉਹ ਕਿਵੇਂ ਵਸਣਗੇ, ਤੇ ਇਸ ਪ੍ਰਕਾਰ ਕਿਵੇਂ ਸ਼ਾਂਤੀ ਦੇ ਸਹਿਤ ਉਹਨਾਂ ਦਾ ਗੁਜ਼ਾਰਾ ਹੋਵੇਗਾ। ਸੁਨਤ ਰਾਏ ਔਰ ਰਿਸ ਭਰ ਸੁਰਖਾ। ਤੇ ਜਦੋਂ ਰਾਏ ਜੀ ਨੇ ਸੁਣਿਆ, ਸੁਣ ਕਰਕੇ ਗੁੱਸਾ ਆਇਆ ਰਾਏ ਬੁਲਾਰ ਜੀ ਨੂੰ ਵੀ,
ਤੇ ਬੜਾ ਤੇ ਸਮੇਂ ਰੁੱਖਾ ਬੋਲ ਰਾਏ ਜੀ ਨੇ ਕਿਹਾ ਏ। ਹੇਰਤ ਬੋਲਿਓ ਮੁਖ ਤੇ ਪਰਖਾ। ਤੇ ਵੇਖਦਿਆਂ ਹੀ ਤੇ ਸਮੇਂ ਮੁਖ ਤੋਂ ਫਿਰ ਪਰ ਵਿਸ਼ੇਸ਼ ਕਰਕੇ ਬਹੁਤ ਰੁੱਖਾ ਬੋਲ ਜਿਹੜਾ ਸੀ ਉਹ ਰਾਏ ਬੁਲਾਰ ਜੀ ਕਹਿਣ ਲੱਗੇ ਤਾੜ ਕਰਕੇ ਸਭ ਕੋ ਡਰ ਔਰ ਦੀਨ ਨਿਵਾਰੇ। ਕਿ ਸਾਰਿਆਂ ਦਾ ਹੀ ਡਰ ਜਿਹੜਾ ਹਿਰਦੇ ਵਿੱਚੋਂ ਦੂਰ ਕਰ ਦਿੱਤਾ ਏ। ਚਾਰਤ ਖੇਤੀ ਸਿਸ ਮਤਵਾਰੇ। ਇਹ ਜੋ ਮਸਤਾਨੇ ਸੁਭਾਅ ਨਾਲ ਇਹ ਬਾਲਕ ਜੋ ਹੈ ਖੇਤੀ ਚਾਰ ਦਿੱਤੀ ਹੈ ਸਾਰੀ ਹੀ। ਪੁਨ ਭ੍ਰਿਤਿਅਨ ਸੰਗ ਬਚਨ ਬਖਾਨਾ। ਫਿਰ ਆਪਣੇ ਨੌਕਰਾਂ ਦੇ ਤਾਈ ਰਾਏ ਬੁਲਾਰ ਜੀ ਨੇ ਇਉਂ ਕਹਿਣਾ ਕੀਤਾ ਬੋਲ ਅਗਰਜ ਇਹ ਬਾਰਕ ਮਸਤਾਨਾ। ਕਿ ਇਸ ਪ੍ਰਕਾਰ ਜੋ ਫਿਰ ਪੜੋ ਪਿਛੋਂ ਪੁਨ ਭ੍ਰਿਤਿਅਨ ਸੰਗ ਬਚਨ ਬਖਾਨਾ। ਫਿਰ ਆਪਣੇ ਨੌਕਰਾਂ ਦੇ ਤਾਈ ਜਿਹੜਾ ਸੀ ਰਾਏ ਬੁਲਾਰ ਜੀ ਨੇ ਇਉਂ ਬਚਨ ਕਹਿਣਾ ਕੀਤਾ ਅਗਰਜ ਇਹ ਬਾਰਕ ਮਸਤਾਨਾ। ਕਿ ਇਹ ਜੋ ਬਾਲਕ ਹੈ ਇਹ ਤਾਂ ਬੜਾ ਹੀ ਮਸਤਾਨਾ ਹੈ, ਬੜਾ ਮਸਤ ਸੁਭਾਅ ਹੈ ਇਸ ਬਾਲਕ ਦਾ। ਤੂੰ ਕਾਲੂ ਕੋ ਲਿਆਉ ਬੁਲਾਈ। ਨੌਕਰ ਨੂੰ ਕਹਿੰਦੇ ਆ ਜਾ ਤੂੰ ਕਾਲੂ ਨੂੰ ਬੁਲਾ ਕਰਕੇ ਬਾਬਾ ਕਾਲੂ ਜੀ ਨੂੰ ਲੈ ਕੇ ਆਉਣਾ ਕਰ। ਭਰੇ ਉਜਾਰਾ ਜਿਨ ਉਜਰਾਈ। ਜਿਨੇ ਆਪਣੇ ਪੁੱਤਰ ਕੋਲੋਂ ਇਹ ਸਾਰਾ ਉਜਾੜਾ ਕਰਵਾਇਆ ਹੈ, ਉਹੋ ਹੀ ਆ ਕਰਕੇ ਹੁਣ ਇਹ ਸਾਰਾ ਹਰਜਾਨਾ ਭਰੇਗਾ। ਗਇਓ ਬੇਗ ਕਾਲੂ ਆਹੂਤਾ। ਤੇ ਜਾ ਕਰਕੇ ਬੜੀ ਕਾਹਲੀ ਨਾਲ ਤੇ ਸਮੇਂ ਰਾਏ ਬੁਲਾਰ ਜੀ ਦੇ ਨੌਕਰ ਨੇ ਬਾਬਾ ਕਾਲੂ ਜੀ ਨੂੰ ਬੁਲਾ ਲਿਆਂਦਾ। ਚਲੋ ਪੂਤ ਕੀ ਪਿਖ ਕਰਤੂਤਾ। ਤੇ ਚਲੋ ਬਾਬਾ ਕਾਲੂ ਜੀ ਆਪਣੇ ਪੁੱਤਰ ਦੀ ਕਰਤੂਤ ਵੇਖਣਾ ਕਰੋ। ਅਮਕੋ ਰਾਹਕ ਤਾਹੇ ਕਿਦਾਰਾ। ਤੇ ਫਲਾਨਾ ਰਾਹਕ ਜ਼ਿਮੀਂਦਾਰ ਹੈ, ਉਹਦੇ ਜਿਹੜਾ ਹੈ ਕਿਦਾਰਾ ਖੇਤ ਦੇ ਤਾਈ ਬਾਰ ਧੇਨ ਸਭ ਦੀਨ ਉਜਾਰਾ। ਉਹਦੀ ਵਾੜ ਤੋੜ ਕਰਕੇ ਸਾਰਾ ਹੀ ਖੇਤ ਮੱਝਾਂ ਗਾਵਾਂ ਨੇ ਉਜਾੜ ਦਿੱਤਾ ਏ। ਸੁਨ ਕਰ ਮਨ ਮਹਿ ਤਿਨ ਦੁਖ ਪਾਵਾ। ਸੁਣ ਕਰਕੇ ਮਨ ਦੇ ਅੰਦਰ ਨਾ ਬੜਾ ਤੇ ਸਮੇਂ ਦੁੱਖ ਪਾਇਆ ਹੈ ਬਾਬਾ ਕਾਲੂ ਜੀ ਨੇ। ਇਉਂ ਕਿਹਾ ਨਾ ਜਦੋਂ ਰਾਏ ਬੁਲਾਰ ਜੀ ਨੇ ਕਿ ਅਗਰਜ ਇਹ ਬਾਰਕ ਮਸਤਾਨਾ, ਇਸ ਮਸਤਾਨੇ ਬਾਲਕ ਦੇ ਅੱਗੇ ਭਾਵ ਇੱਥੇ ਸਾਹਮਣੇ ਲਿਆ ਕਰਕੇ ਹੁਣ ਬਾਬਾ ਕਾਲੂ ਜੀ ਤੋਂ ਨਿਆਂ ਕਰਵਾਈਏ। ਤੇ ਜਦੋਂ ਜਾ ਕਰਕੇ ਜਿਹੜਾ ਹੈ ਉਹਨਾਂ ਦਾ ਨਿਆਂ ਕਰੀਏ। ਜਾ ਕੇ ਜਦੋਂ ਸੇਵਕ ਨੇ ਦੱਸਿਆ ਹੈ ਤੇ ਬਾਬਾ ਕਾਲੂ ਜੀ ਤੇ ਸਮੇਂ ਮਨ ਵਿੱਚ ਸੋਚਦੇ ਆ, ਫਿਰ ਪੜ੍ਹਦੇ ਹੋ ਸੁਨ ਕਰ ਮਨ ਮਹਿ ਤਿਨ ਦੁਖ ਪਾਵਾ। ਸੁਣ ਕਰਕੇ ਮਨ ਦੇ ਅੰਦਰ ਜਦੋਂ ਇਹ ਗੱਲ ਸੁਣੀ ਸਾਰੀ ਤੇ ਬੜਾ ਦੁੱਖ ਪਾਇਆ ਬਾਬਾ ਕਾਲੂ ਜੀ ਨੇ। ਸੁਤ ਨਾਨਕ ਕਬ ਸੁਖ ਨਾ ਦਿਖਾਵਾ। ਮਨ ਵਿੱਚ ਸੋਚਦੇ ਆ ਪੁੱਤਰ ਨਾਨਕ ਨੇ ਕਦੇ ਵੀ ਮੈਨੂੰ ਸੁੱਖ ਨਹੀਂ ਬਖਾਇਆ ਏ। ਪ੍ਰਿਤ ਸੰਗ ਪਹੁੰਚਤ ਭਾਤਹਿਵਾ। ਤੇ ਉਸ ਦਾਸ ਨੌਕਰ ਦੇ ਨਾਲ ਚੱਲ ਕਰਕੇ ਤੇ ਸਥਾਨ ਦੇ ਉੱਤੇ ਬਾਬਾ ਕਾਲੂ ਜੀ ਪਹੁੰਚ ਗਏ। ਰਾਏ ਨਿਕਟ ਸ੍ਰੀ ਨਾਨਕ ਜਹਵਾ। ਜਿੱਥੇ ਰਾਏ ਬੁਲਾਰ ਜੀ ਦੇ ਕੋਲ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਖਲੋਤੇ ਐ। ਬਿਖ ਬੁਲਾਰ ਕਹਿਵਾਕ ਕਠੋਰਾ। ਤੇ ਵੇਖ ਕਰਕੇ ਰਾਏ ਬੁਲਾਰ ਜੀ ਨੇ ਬੜੇ ਕਠੋਰ ਜਿਹੜੇ ਸਖਤ ਬੋਲ ਸੀ ਉਹ ਕਹਿਣਾ ਕੀਤੇ। ਸੁਨ ਕਾਲੂ ਤੁਝ ਭੈ ਨਹਿ ਥੋਰਾ। ਕਹਿਣ ਲੱਗੇ ਸੁਣ ਬਾਬਾ ਕਾਲੂ ਤੈਨੂੰ ਥੋੜਾ ਭੈ ਨਹੀਂ ਭਾਵ ਡਰ ਨਹੀਂ ਹੈ। ਗੋਚਾਰਨ ਕੋ ਸੁਤ ਮਸਤਾਨਾ। ਤੇ ਗਊਆਂ ਮੱਝਾਂ ਦੇ ਚਾਰਨ ਵਾਸਤੇ ਆਪਣੇ ਮਸਤਾਨੇ ਪੁੱਤਰ ਨੂੰ ਭੇਜਿਓ ਜਿਨ ਸਭ ਖੇਤ ਚਰਾਨਾ। ਤੂੰ ਭੇਜਣਾ ਕੀਤਾ ਤੇ ਜਿਸ ਤੇਰੇ ਪੁੱਤਰ ਨੇ ਸਾਰਾ ਖੇਤ ਹੀ ਉਜਾੜ ਦਿੱਤਾ ਜ਼ਮੀਂਦਾਰ ਦਾ। ਇਹ ਜੋ ਕਰਮ ਨਿਭੇ ਕਿਉਂ ਕਰਕੇ। ਇਹ ਜਿਹੜਾ ਕੰਮ ਕੀਤਾ ਹੁਣ ਕਿਵੇਂ ਕਰਕੇ ਨਿਰਵਾਹ ਹੋਵੇਗਾ, ਗੁਜ਼ਾਰਾ ਕਿਵੇਂ ਹੋਵੇਗਾ। ਗੋਦਨ ਲੇਹ ਉਜਾਰਾ ਭਰ ਕੇ। ਜਿਹੜਾ ਗਾਵਾਂ ਤੇ ਮੱਝਾਂ ਨੇ ਉਜਾੜਾ ਕੀਤਾ ਹੈ ਗੋਦਨ ਕਣਕ ਦਾ, ਉਹ ਉਜਾੜਾ ਹੁਣ ਤੁਹਾਨੂੰ ਭਰਨਾ ਪਵੇਗਾ। ਅਸ ਸੁਨ ਕਰ ਸ੍ਰੀ ਨਾਨਕ ਬਾਨੀ। ਜਦੋਂ ਰਾਏ ਬੁਲਾਰ ਜੀ ਨੇ ਸ੍ਰੀ ਗੁਰੂ ਜੀ ਦੇ ਪਿਤਾ ਜੀ ਨੂੰ ਇਉਂ ਕਿਹਾ ਨਾ ਕਿ ਜਿਹੜਾ ਤੁਹਾਨੂੰ ਉਜਾੜਾ ਹੈ ਉਹ ਭਰਨਾ ਪਵੇਗਾ, ਇਸ ਤਰ੍ਹਾਂ ਰਾਏ ਬੁਲਾਰ ਜੀ ਦੇ ਮੁਖ ਦੇ ਬੋਲ ਸ੍ਰੀ ਗੁਰੂ ਜੀ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਸੁਣ ਕਰਕੇ ਬੋਲੇ ਕਲਾਵਾਨ ਗੁਣ ਖਾਨੀ। ਗੁਣਾਂ ਦੀ ਖਾਨ ਕਲਾਵਾਨ ਸ਼ਕਤੀਆਂ ਦੇ ਮਾਲਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ। ਬਿਗਨ ਨਾ ਖੇਤੀ ਮਹਿ ਕਿਨ ਕੀਨਾ। ਮਹਾਰਾਜ ਕਹਿੰਦੇ ਰਾਏ ਜੀ ਜਦੋਂ ਖੇਤੀ ਵਿੱਚ ਕਿਸੇ ਨੇ ਕਿਸੇ ਪ੍ਰਕਾਰ ਦਾ ਵਿਘਨ ਹੀ ਨਹੀਂ ਪਾਇਆ, ਜਦੋਂ ਕੋਈ ਉਜਾੜਾ ਹੋਇਆ ਹੀ ਨਹੀਂ ਹੈ, ਤੁਮ ਕਸ ਚਹੋ ਉਜਾਰਾ ਲੀਨਾ। ਤੇ ਤੁਸੀਂ ਫਿਰ ਕਿਸ ਤਰ੍ਹਾਂ ਉਜਾੜਾ ਭਰਨਾ ਸਾਡੇ ਕੋਲੋਂ ਚਾਹੁੰਦੇ ਹੋ। ਇਕ ਨਾ ਖੇਤ ਕੋ ਪਾਤ ਨਿਪਾਤੇ। ਤੇ ਇੱਕ ਵੀ ਪੱਤਾ ਜਦੋਂ ਖੇਤ ਦਾ ਨਹੀਂ ਟੁੱਟਿਆ ਹੈ, ਬਾਦ ਬਦਤ ਤੁਮ ਬੈਨ ਰਸਾਤੇ। ਤੇ ਵਿਅਰਥ ਹੀ ਤੁਸੀਂ ਆਪਣੇ ਮੁਖ ਤੋਂ ਗੁੱਸੇ ਦੇ ਸਹਿਤ
ਕੌੜੇ ਜਿਹੜੇ ਸਖਤ ਬੋਲ ਕਹਿ ਰਹੇ ਹੋ। ਜੇ ਕ੍ਰਿਖ ਖਾਈ ਮਹਿਖਨ ਧੇਨਾ, ਜੇ ਇਸ ਪ੍ਰਕਾਰ ਖੇਤੀ ਖਾਧੀ ਹੈ ਮੱਝਾਂ ਤੇ ਗਾਵਾਂ ਨੇ, ਤੋ ਤੁਮ ਲੇਹੋ ਚਹੋ ਜੋ ਲੈਨਾ। ਤਾਂ ਤੁਸੀਂ ਚਾਹੋ ਨਾ ਜੋ ਉਜਾੜਾ ਸਾਡੇ ਕੋਲੋਂ ਲੈਣਾ ਹੈ, ਤੇ ਜੇ ਖਾਧੀ ਹੋਵੇ ਖੇਤੀ ਤਾਂ ਤੁਸੀਂ ਲੈਣਾ ਚਾਹੋ। ਜੇ ਗਵਾਰ ਤਿਤ ਬਚਨ ਪ੍ਰਤੀਤੂ, ਇਹ ਜਿਹੜਾ ਗਵਾਰ ਜਿਹੜਾ ਹੈ ਇਹ ਜ਼ਿਮੀਂਦਾਰ, ਇਹਦੇ ਕਹੇ ਹੋਏ ਬੋਲ ਤੇ ਤੁਸੀਂ ਪ੍ਰਤੀਤ ਕਰਨ ਲਈ ਭਰੋਸਾ ਕਰ ਲਿਆ ਏ। ਸੁਨ ਕਰ ਸਿਆਣੇ ਧਰਤ ਨਾ ਚੀਤੂ, ਜਿਹੜੇ ਸਿਆਣੇ ਆ ਨਾ ਉਹ ਸੁਣ ਕਰਕੇ ਚਿੱਤ ਅੰਦਰ ਨਹੀਂ ਧਾਰਦੇ ਹਨ, ਉਹ ਐਸਾ ਖਿਆਲ ਨਹੀਂ ਕਰਦੇ ਹਨ। ਪੁਨ ਬੋਲਿਓ ਸੁਨ ਕਰ ਕ੍ਰਿਖਕਾਰਾ, ਤੇ ਜਿਹੜਾ ਜ਼ਿਮੀਂਦਾਰ ਸੀ ਨਾ ਕਿਸਾਨ, ਉਹ ਸੁਣ ਕਰਕੇ ਬੋਲਿਆ ਸਾਬਤ ਏਕ ਨਾ ਕੋਨ ਕਿਦਾਰਾ। ਕਿ ਇੱਕ ਵੀ ਨੁੱਕਰ ਜਿਹੜੀ ਆ ਨਾ ਖੇਤ ਦੀ, ਕਹਿੰਦਾ ਸਾਬਤ ਨਹੀਂ, ਸਾਰੇ ਦਾ ਸਾਰਾ ਖੇਤ ਹੀ ਉਜੜਿਆ। ਮਹਾਰਾਜ ਕਹਿੰਦੇ ਇੱਕ ਪੱਤਾ ਨਹੀਂ ਹਿੱਲਿਆ, ਤੇ ਉਹ ਕਹਿੰਦਾ ਸਾਰੇ ਦਾ ਸਾਰਾ ਖੇਤ ਹੀ ਉਜੜ ਗਿਆ। ਇੱਕ ਵੀ ਨੁੱਕਰ ਜਿਹੜੀ ਕਹਿੰਦਾ ਉਹ ਸਾਬਤ ਨਹੀਂ ਹੈ। ਬਠਬੋ ਮਾਨਵ ਹੇ ਰਹਿਤਾਸੂ, ਤੇ ਕਹਿੰਦਾ ਭੇਜੋ, ਜਿਹੜਾ ਕਿਸਾਨ ਹੈ ਕਹਿੰਦਾ ਭੇਜੋ ਰਾਏ ਜੀ ਆਪਣਾ ਕੋਈ ਮਨੁੱਖ ਤੇ ਵੇਖੇ ਤਿਸ ਖੇਤ ਨੂੰ ਜਾ ਕਰਕੇ। ਮੈਂ ਨਾ ਕਹੋ ਕੂਰ ਤੁਮ ਪਾਸੂ, ਮੈਂ ਤੁਹਾਡੇ ਕੋਲ ਕੋਈ ਝੂਠ ਥੋੜੋ ਕਹਿੰਦਾ ਹਾਂ, ਇਉਂ ਕਿਸਾਨ ਨੇ ਕਹਿਣਾ ਕੀਤਾ। ਯੁਗਮ ਬਚਨ ਸੁਨ ਸੰਸੈ ਆਇਆ, ਦੋਵੇਂ ਪਾਸੇ ਦੀਆਂ ਗੱਲਾਂ ਸੁਣ ਕੇ ਦੋ ਗੱਲਾਂ ਹੁਣ ਹੋ ਗਈਆਂ ਨਾ। ਸ੍ਰੀ ਗੁਰੂ ਜੀ ਕਹਿੰਦੇ ਕਿ ਕੋਈ ਪੱਤਾ ਨਹੀਂ ਹਿੱਲਿਆ, ਉਹ ਕਹਿੰਦਾ ਕੋਈ ਨੁੱਕਰ ਖਾਲੀ ਨਹੀਂ ਛੱਡੀ, ਸਾਰੇ ਖੇਤ ਉਜੜ ਗਿਆ। ਇਹ ਦੋ ਗੱਲਾਂ ਸੁਣ ਕਰਕੇ ਸ਼ੰਕਾ ਹੋ ਆਇਆ ਰਾਏ ਜੀ ਦੇ ਮਨ ਦੇ ਅੰਦਰ। ਨਿਰਣੈ ਕਾਰਨ ਮਨ ਜੁਪਠਾਇਆ, ਤੇ ਨਿਰਣਾ ਕਰਨ ਵਾਸਤੇ ਆਪਣਾ ਜਿਹੜਾ ਮਨੁੱਖ ਸੀ ਨਾ ਇੱਕ ਨੌਕਰ, ਉਹ ਰਾਏ ਜੀ ਨੇ ਭੇਜਣਾ ਕੀਤਾ। ਹੇਰਿਓ ਫਿਰ ਕੈ ਨਰ ਚੌਕਾਤੇ, ਤੇ ਚਾਰ ਸਫੇਰੇ ਨਾ ਫਿਰ ਕਰਕੇ ਰਾਏ ਜੀ ਦੇ ਨੌਕਰਾਂ ਨੇ ਵੇਖਣਾ ਕੀਤਾ। ਬਿਗਨ ਨਾ ਦੀਸੈ ਮੁਰਿਓ ਤਹਾਂ ਤੇ ਤੇ, ਉਹਨੂੰ ਕੋਈ ਵੀ ਵਿਗੜ ਨਹੀਂ ਦਿਸਿਆ, ਫਿਰ ਮੁੜ ਪਿਆ ਉਸ ਥਾਂ ਤੋਂ। ਆਏ ਰਾਏ ਸੋ ਬਾਤ ਜਨਾਈ, ਆ ਕੇ ਰਾਏ ਜੀ ਦੇ ਤਾਈ ਸਾਰੀ ਗੱਲ ਜਨਾਉਣਾ ਕੀਤੀ ਮੈਂ ਹੇਰੀ ਫਿਰ ਕੈ ਚੌਕਾਈ। ਕਿ ਰਾਏ ਜੀ ਮੈਂ ਤਾਂ ਚਾਰ ਸਫੇਰੇ ਫਿਰ ਕੇ ਚੰਗੀ ਤਰ੍ਹਾਂ ਖੇਤ ਦੇ ਵੇਖਣਾ ਕੀਤਾ ਏ। ਨਹਿ ਪਸ ਖੋਜ ਨਾ ਬੂਟਾ ਟੂਟਾ, ਇੱਕ ਵੀ ਬੂਟਾ ਨਹੀਂ ਟੁੱਟਿਆ ਕਣਕ ਦਾ, ਤੇ ਨਾ ਹੀ ਕਿਸੇ ਪਸ਼ੂ ਦੇ ਜਿਹੜੇ ਖੁਰਾਂ ਦੀ ਖੋਜ ਆ, ਉੱਥੇ ਕੋਈ ਪੈੜ ਵੀ ਹੈ ਨਹੀਂ। ਮੱਝਾਂ ਦੀ ਗਾਵਾਂ ਦੀ ਉਹਨਾਂ ਦੇ ਪੈਰਾਂ ਦੀ ਕੋਈ ਪੈੜ ਵੀ ਉੱਥੇ ਦਿਸਦੀ ਨਹੀਂ ਹੈ। ਰਹਿਓ ਨਿਸਰ ਸਭ ਸਾਬਤ ਬੂਟਾ, ਸਾਰੇ ਬੂਟੇ ਸਾਬਤ ਹੈ, ਕਣਕ ਬਣੀ ਸੋਹਣੀ ਨਿਸਰੀ ਹੋਈ ਹੈ। ਚਹੂ ਔਰ ਕਿਤ ਬਾਰ ਨਾ ਤੋਰੀ, ਤੇ ਚਾਰ ਸਵੇਰੇ ਕਿਤਿਓਂ ਵੀ ਬਾੜ ਜਿਹੜੀ ਆ ਉਹ ਵੀ ਨਹੀਂ ਟੁੱਟੀ ਹੈ। ਹਰੀ ਖਰੀ ਭੂ ਜਰੀ ਸੋ ਜੋਰੀ, ਤੇ ਹਰੀ ਹਰੀ ਜਿਹੜੀ ਆ ਖੇਤੀ ਉਹ ਸਾਰੀ ਧਰਤੀ ਨਾਲ ਜੁੜੀ ਹੋਈ ਬੜੀ ਸੋਹਣੀ ਜਿਹੜੀ ਉਹ ਖੜੀ ਹੈ। ਰਾਹਕ ਝੂਠੋ ਦੇਤ ਦੁਹਾਈ, ਇਹ ਜਿਹੜਾ ਕਿਸਾਨ ਹੈ ਨਾ ਜ਼ਮੀਂਦਾਰ, ਇਹ ਝੂਠਾ ਏ, ਐਵੇਂ ਆ ਕੇ ਦੁਹਾਈ ਦੇ ਰਿਹਾ ਏ। ਉਚਿਤ ਦੰਡ ਇਹ ਹੈ ਨਰ ਰਾਈ, ਇਹ ਰਾਜਾ ਰਾਏ ਬੁਲਾਰ ਜੀ, ਇਹ ਦੰਡ ਦੇ ਸਜ਼ਾ ਦੇ ਯੋਗ ਹੈ। ਇਹ ਜਿਹੜਾ ਜ਼ਮੀਂਦਾਰ ਹੈ ਇਹਨੂੰ ਸਜ਼ਾ ਦੇਣੀ ਚਾਹੀਦੀ ਹੈ, ਝੂਠੀ ਪੁਕਾਰ ਕਰ ਰਿਹਾ ਏ। ਸੁਨ ਕਰ ਕ੍ਰਿਖਕ ਮਨਹਿ ਬਿਸਮਾਨਾ, ਸੁਣ ਕਰਕੇ ਜਿਹੜਾ ਉਹ ਜ਼ਮੀਂਦਾਰ ਸੀ ਹੈਰਾਨ ਹੋ ਗਿਆ ਕਿ ਹੁਣੇ ਤਾਂ ਵੇਖ ਕੇ ਆਇਆ ਖੇਤ, ਤੇ ਸੁਣ ਕੇ ਹੈਰਾਨ ਹੋ ਗਿਆ। ਨਿਜ ਹੇਰਨ ਕੋ ਕੀਨ ਪਿਆਨਾ, ਤੇ ਆਪ ਵੇਖਣ ਵਾਸਤੇ ਮੁੜ ਪਿਆ ਬੜੀ ਛੇਤੀ ਦੇ ਨਾਲ। ਤੂਰਨ ਸਰਸ ਜਹਾਂ ਚੁਹ ਕੋਨਾ, ਤੇ ਤੂਰਨ ਛੇਤੀ ਨਾਲ ਆਇਆ ਚੱਲ ਕਰਕੇ, ਤੇ ਵੇਖਦਾ ਹੈ ਕਿ ਜਿੱਥੇ ਸਾਰਾ ਹੀ ਚਾਰ ਸਫੇਰਾ ਚੌਂ ਹੀ ਕੋਨੇ ਜਿਹੜੇ ਖੇਤ ਦੇ ਸਨ, ਮਤਵਾਰੇ ਜਿਮਕੀਨ ਸਮੋਨਾ, ਤੇ ਉਹ ਸਹਿਤ ਰਸ ਦੇ ਸਾਰੇ ਹੀ ਖੜੇ ਹੋਏ ਆ। ਮੱਤ ਮਾਰੀ ਗਈ, ਜਿਵੇਂ ਮੌਨ ਹੋ ਗਿਆ ਵੇਖ ਕਰਕੇ, ਫਿਰ ਚੁੱਪੀ ਕਰ ਗਿਆ ਜਿਵੇਂ ਮੱਤ ਮਾਰੀ ਗਈ ਹੁੰਦੀ ਆ। ਸਭ ਕਿਦਾਰ ਉਜਰਾ ਅਬ ਹੇਰੇ, ਤੇ ਹੁਣੇ ਸੋਚਦਾ ਵੇਖਿਆ ਸੀ ਸਾਰਾ ਖੇਤ ਉਜੜਿਆ ਹੋਇਆ ਸੀਗਾ। ਗਇਓ ਰਾਏ ਢਿਗ ਲਗੀ ਨਾ ਦੇਰੇ, ਤੇ ਰਾਏ ਬੁਲਾਰ ਜੀ ਦੇ ਕੋਲ ਜਾਣ ਲੱਗਿਆ ਤਾਂ ਕੋਈ ਦੇਰ ਹੀ ਨਹੀਂ ਲੱਗੀ ਆ। ਆਵਤ ਲਓ ਹਰਿਆਵਲ ਭਾਰੀ, ਤੇ ਆਉਂਦਿਆਂ ਹੋਇਆ ਸਾਰਾ ਹੀ ਅੱਗੋਂ ਖੇਤ ਜਿਹੜਾ ਹਰਿਆ ਭਰਿਆ ਹੈ ਬਹੁਤ ਜ਼ਿਆਦਾ। ਭਇਓ ਨਾ ਕਾਰਨ ਜਾਤ ਵਿਚਾਰੀ, ਤੇ ਇਹਨੂੰ ਕੀ ਕਾਰਨ ਹੋਇਆ ਇਹਦੇ ਕੋਲੋਂ ਵਿਚਾਰਿਆ ਹੀ ਨਹੀਂ ਜਾ ਰਿਹਾ, ਸਮਝ ਨਹੀਂ ਇਹਨੂੰ ਪੈ ਰਹੀ ਕਿ ਕੀ ਗੱਲ ਬਣੀ ਹੈ। ਲੱਜਤ ਹੋਏ ਨਾ ਗਾਟ ਢਿਗ ਰਾਊ, ਤੇ ਫਿਰ ਸ਼ਰਮਸ਼ਾਰ ਹੋਇਆ,
ਰਾਏ ਬੁਲਾਰ ਜੀ ਦੇ ਕੋਲ ਨਹੀਂ ਵਾਪਸ ਮੁੜ ਕੇ ਗਿਆ। ਪਰਿਓ ਨਾ ਪ੍ਰਭ ਪਗ ਜਾਨ ਪ੍ਰਭਾਉ। ਐਸਾ ਪ੍ਰਭਾਵ ਜਾਣ ਕਰਕੇ ਸ੍ਰੀ ਗੁਰੂ ਜੀ ਦੇ ਚਰਨੀ ਨਹੀਂ ਪਿਆ ਇਹ ਰਾਹ ਕੇ ਕਿਸਾਨ। ਮੰਦ ਕਰਮ ਥੋ ਭਾਗ ਨਾ ਜਾਗਾ। ਕਵੀ ਜੀ ਕਹਿੰਦੇ ਮੰਦੇ ਕਰਮ ਹੋਣੇ ਆ, ਭਾਗ ਨਹੀਂ ਜਾਗੇ ਉਹਦੇ। ਸ੍ਰੀ ਗੁਰੂ ਜੀ ਦੇ ਚਰਨੀ ਪੈ ਜਾਂਦਾ। ਕਲਾਵਾਨ ਸ਼ਕਤੀਆਂ ਦੇ ਮਾਲਕ ਸਤਿਗੁਰੂ ਜੀ ਜੋ ਤਾਂ ਜਿਹੜੇ ਹੈ ਰੀਠੇ ਕੌੜੇ ਮਿੱਠੇ ਕਰ ਸਕਦੇ ਸੱਚੇ ਪਾਤਸ਼ਾਹ, ਜਿਹੜੀ ਉਜੜੀ ਹੋਈ ਖੇਤੀ ਦੁਬਾਰਾ ਹਰੀ ਕਰ ਸਕਦੇ ਸੱਚੇ ਪਾਤਸ਼ਾਹ, ਐਸੇ ਸਤਿਗੁਰਾਂ ਜੀ ਦੇ ਚਰਨੀ ਨਹੀਂ ਪਿਆ। ਜਿਹੜੇ ਇਹੋ ਜਿਹੇ ਸਤਿਗੁਰਾਂ ਜੀ ਦੇ ਜਿਹੜੇ ਇਤਿਹਾਸ ਦੇ ਉੱਤੇ ਸ਼ੰਕਾ ਕਰਦੇ ਉਹ ਵੀ ਭਾਗ ਹੀ ਮੰਨਦੇ ਆ ਨਾ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਇਤਿਹਾਸ ਦੇ ਜਿਹੜੇ ਹੈ ਉਹ ਵਾਕਿਆ ਦੇ ਉੱਤੇ ਸ਼ੰਕੇ ਪੈਦਾ ਕਰਦੇ ਆ। ਭਾਗ ਹੀ ਮਾੜੇ ਆ ਸਤਿਗੁਰਾਂ ਜੀ ਦੇ ਚਰਨੀ ਪੈ ਕੇ ਨਿਹਾਲ ਨਹੀਂ ਹੋ ਸਕਦੇ। ਬਿਸਮੈ ਹੋਏ ਖੇਤ ਅਨੁਰਾਗਾ। ਤੇ ਹੈਰਾਨ ਹੋ ਗਿਆ ਖੇਤ ਦੇ ਵਿੱਚ ਹੀ ਤੇ ਸਮੇਂ ਪ੍ਰੇਮ ਕਰਨ ਲੱਗ ਗਿਆ ਕਿ ਚਲੋ ਖੇਤੀ ਬਚੀ ਹੈ। ਸ੍ਰੀ ਨਾਨਕ ਕਾਲੂ ਪਿਤ ਸੰਗਾ। ਬਾਬਾ ਕਾਲੂ ਜੀ ਆਪਣੇ ਪਿਤਾ ਜੀ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚਲੇ ਸਦਨ ਕੋ ਸਹਿਤ ਉਮੰਗਾ। ਸਹਿਤ ਉਤਸ਼ਾਹ ਦੇ ਸਤਿਗੁਰੂ ਜੀ ਆਪਣੇ ਘਰ ਨੂੰ ਚੱਲ ਪਏ। ਭਇਓ ਖੇਤ ਰਖਵਾਰੋ ਝੂਠਾ। ਜਿਹੜਾ ਖੇਤ ਦਾ ਰਖਵਾਲਾ ਸੀ ਜ਼ਿਮੀਂਦਾਰ ਉਹ ਝੂਠਾ ਸਾਬਤ ਹੋਇਆ। ਜਹ ਕੋ ਮਹਿਖੀ ਖੇਤੇ ਮੂਠਾ। ਜਿਸ ਦੇ ਖੇਤ ਨੂੰ ਮੱਝਾਂ ਗਾਵਾਂ ਨੇ ਇਸ ਪ੍ਰਕਾਰ ਖਾਦਾ ਸੀਗਾ। ਰਾਏ ਲਖਿਓ ਰਾਹਕ ਮਤਵਾਰਾ। ਤੇ ਰਾਏ ਬੁਲਾਰ ਜੀ ਨੇ ਤੇ ਸਮੇਂ ਜਾਣਿਆ ਕਿ ਜ਼ਿਮੀਂਦਾਰ ਹੀ ਐਵੇਂ ਮਸਤਾਨਾ ਸੀਗਾ, ਮੂਰਖ ਸੀਗਾ। ਬਿਨ ਉਜਰੇ ਕਿਉ ਕਰੀ ਪੁਕਾਰਾ। ਤੇ ਬਿਨਾਂ ਖੇਤ ਦੇ ਉਜੜੇ ਤੋਂ ਕਿਉਂ ਆ ਕਰਕੇ ਉਸਨੇ ਸਾਡੇ ਕੋਲ ਪੁਕਾਰ ਕਰਨਾ ਕੀਤੀ। ਪਛਤਾਪ ਆਪ ਪੁਨ ਕੀਨਾ। ਫਿਰ ਰਾਏ ਬੁਲਾਰ ਜੀ ਨੇ ਆਪਣੇ ਮਨ ਦੇ ਅੰਦਰ ਨਾ ਪਛਤਾਪ ਕਰਨਾ ਕੀਤਾ, ਬੜਾ ਮਨ ਦੇ ਅੰਦਰ ਦੁੱਖ ਮੰਨਣਾ ਕੀਤਾ। ਮੈਂ ਪਰੁਖਾ ਕਹਿ ਕਿਉ ਭੈ ਦੀਨਾ। ਕਿ ਮੈਂ ਰੁੱਖਾ ਬੋਲ ਬੋਲ ਕਰਕੇ ਕਿਉਂ ਭੈ ਦੇਣਾ ਕੀਤਾ ਬਾਬਾ ਕਾਲੂ ਜੀ ਦੇ ਪੁੱਤਰ ਨੂੰ, ਜਿਨ੍ਹਾਂ ਦਾ ਇੰਨਾ ਸਿੱਧਾ ਸੁਭਾਅ ਏ, ਇੰਨੇ ਚੰਗੀ ਮੂਰਤ ਹੈ, ਉਹਨਾਂ ਨੂੰ ਕਿਉਂ ਮੈਂ ਇੰਨਾ ਰੁੱਖਾ ਬੋਲ ਕੇ ਜਿਹੜਾ ਹੈ ਉਹ ਡਰ ਕਿਉਂ ਦੇਣਾ ਕੀਤਾ। ਅਸ ਬਿਦ ਸ੍ਰੀ ਨਾਨਕ ਜਗ ਸਾਈ। ਇਸ ਤਰ੍ਹਾਂ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅਤਪੁਤ ਲੀਲਾ ਕਰਤ ਸੁਹਾਈ। ਮਹਾਰਾਜ ਅਦਭੁਤ ਅਚਰਜ ਜੀ ਲੀਲਾ ਸੱਚੇ ਪਾਤਸ਼ਾਹ ਜੀ ਮਹਾਰਾਜ ਕਰਦੇ ਆ। ਗੋ ਮਹਿਖਨ ਕੇ ਚਾਰਨ ਕਾਰਨ। ਸੱਚੇ ਪਾਤਸ਼ਾਹ ਗਊਆਂ ਤੇ ਮੱਝਾਂ ਦੇ ਚਾਰਨ ਵਾਸਤੇ ਨਿਤ ਬਨ ਜੈ ਹੈ ਬਿਪਤ ਬਿਦਾਰਨ। ਸੱਚੇ ਪਾਤਸ਼ਾਹ ਜੋ ਬਿਪਤਾ ਨੂੰ ਨਾਸ਼ ਕਰਨ ਵਾਲੇ ਐ, ਇਉਂ ਹਜੂਰ ਨਿਤਾ ਪ੍ਰਤੀ ਜੰਗਲ ਵਿੱਚ ਜਾਂਦੇ ਆ। ਆਏ ਅਨਿਛਤ ਖੇਤ ਅਗਾਰੈ। ਜਿਹੜਾ ਸੱਚੇ ਪਾਤਸ਼ਾਹ ਜੀ ਮਹਾਰਾਜ ਬਿਨਾਂ ਇੱਛਾ ਕੀਤਿਆਂ ਹਜੂਰ ਦੇ ਸਾਹਮਣੇ ਜਿਹੜਾ ਕੋਈ ਖੇਤ ਆ ਜਾਂਦਾ ਏ, ਖਾਨ ਲੱਗੇ ਨਹਿ ਤਨਹਿ ਨਿਵਾਰੈ। ਜਦੋਂ ਮੱਝਾਂ ਗਾਵਾਂ ਖਾਣ ਲੱਗ ਜਾਂਦੀਆਂ ਸਤਿਗੁਰੂ ਜੀ ਉਹਨਾਂ ਨੂੰ ਨਹੀਂ ਹਟਾਉਂਦੇ ਹਨ। ਇਸ ਬਿਦ ਕੀਤੇ ਖੇਤ ਨਿਪਾਤੇ। ਇਸ ਤਰ੍ਹਾਂ ਕਿੰਨੇ ਕੁ ਖੇਤ ਜਿਹੜੇ ਆ ਉਹ ਉੱਜੜ ਜਾਂਦੇ ਆ। ਪੁਨ ਭੇ ਤਸ ਰਾਹਕ ਬਿਨ ਜਾਤੇ। ਬਿਨਾਂ ਹੀ ਕਿਸਾਨਾਂ ਦੇ ਜ਼ਿਮੀਂਦਾਰਾਂ ਦੇ ਜਾਣਿਆਂ ਤੋਂ ਉਹਨਾਂ ਨੂੰ ਪਤਾ ਨਹੀਂ ਲੱਗਦਾ। ਪਸ਼ੂ ਇੱਧਰ ਵੜਦੇ ਆ, ਖੇਤੀਆਂ ਭੱਜਦੀਆਂ, ਉਹ ਕਣਕ ਦੇ ਖੇਤਾਂ ਨੂੰ ਉਜਾੜਦੇ ਆ, ਖਾਈ ਜਾਂਦੇ ਆ। ਤੇ ਜਦੋਂ ਜਦੋਂ ਅੱਗੇ ਲੰਘਦੇ ਜਾਂਦੇ ਆ ਪਿੱਛੇ ਪਿੱਛੇ ਫੇਰ ਖੇਤੀਆਂ ਉਵੇਂ ਹੀ ਹਰੀਆਂ ਭਰੀਆਂ ਹੋ ਜਾਂਦੀਆਂ। ਉਹਨਾਂ ਜ਼ਿਮੀਂਦਾਰਾਂ ਨੂੰ ਪਤਾ ਹੀ ਨਹੀਂ ਲੱਗਦਾ ਏ। ਸੋਭੇ ਸਭ ਸੁਰਬੀ ਤਨ ਪੀਨਾ। ਤੇ ਜਿਹੜੀਆਂ ਸਾਰੀਆਂ ਮੱਝਾਂ ਗਾਵਾਂ ਨਾ ਉਹ ਬੜੀਆਂ ਸੋਭਦੀਆਂ ਨੇ, ਉਹਨਾਂ ਦਾ ਤਨ ਜਿਹੜਾ ਬੜਾ ਰਿਸ਼ਟ ਪੁਸ਼ਟ ਹੋ ਗਿਆ ਸਰੀਰ ਮੱਝਾਂ ਗਾਵਾਂ ਦਾ। ਸ਼ੀਰ ਦੇਹ ਬਹੁ ਵੱਡ ਆ ਪੀਨਾ। ਤੇ ਬਹੁਤ ਜ਼ਿਆਦਾ ਦੁੱਧ ਦਿੰਦੀਆਂ, ਬੜਾ ਭਾਰੀ ਹਵਾਨਾ ਜਿਹੜਾ ਦੁੱਧ ਦੇ ਸਹਿਤ ਹੋਇਆ ਏ। ਦਿਨ ਪ੍ਰਤ ਮਾਖਣ ਹੋਤ ਸਵਾਇਆ। ਦਿਨ ਪ੍ਰਤੀ ਮੱਖਣ ਜਿਹੜਾ ਨਾ ਉਹ ਬਹੁਤਾ ਹੀ ਵੱਧਦਾ ਹੀ ਜਾਂਦਾ ਜਦੋਂ ਦੇ ਸ੍ਰੀ ਗੁਰੂ ਜੀ ਮੱਝਾਂ ਨੂੰ ਚਾਰਨ ਵਾਸਤੇ ਲਿਜਾਂਦੇ ਆ। ਕਾਲੂ ਹੇਰ ਹੇਰ ਹਰਖਾਇਆ। ਬਾਬਾ ਕਾਲੂ ਜੀ ਵੇਖ ਵੇਖ ਕੇ ਮੱਝਾਂ ਵੱਲ ਤੇ ਬੜਾ ਖੁਸ਼ ਹੁੰਦੇ ਆ। ਬਾਸਨ ਵੱਡੇ ਮਾਹੇ ਦਦ ਪਾਈ। ਤੇ ਜਿਹੜਾ ਹੈ ਦਹੀਂ ਪਹਿਲਾਂ ਤਾਂ ਛੋਟੀਆਂ ਚਾਟੀਆਂ 'ਚ ਪੈ ਜਾਂਦਾ ਸੀ, ਛੋਟੇ ਬਰਤਨਾਂ 'ਚ, ਹੁਣ ਵੱਡੇ ਬਰਤਨ ਮੰਗਾਏ ਆ, ਉਹਨਾਂ ਵਿੱਚ ਜਿਹੜਾ ਹੈ ਦੁੱਧ ਨੂੰ ਪਾ ਪਾ ਕੇ ਜਾਗ ਲਾਉਂਦੇ ਆ ਮਾਤਾ ਜੀ। ਦਾਸੀ ਮਥੇ ਜੋਰ ਕਰ ਲਾਈ। ਤੇ ਦੋਹਾਂ ਹੱਥਾਂ ਦਾ ਜੋਰ ਲਾ ਕਰਕੇ ਜਿਹੜੀਆਂ ਦਾਸੀਆਂ ਹਨ ਨਾ ਫਿਰ ਦਹੀਂ ਨੂੰ ਮੱਥਦੀਆਂ ਰਿੜਕਦੀਆਂ ਨੇ। ਰੱਖੇ ਮਾਖਣ ਮਾਤ ਸਵਾਰੀ। ਮਾਤਾ ਜੀ ਸਵਾਰ ਸਵਾਰ ਕੇ ਮੱਖਣ ਜੋ ਹੈ ਰੱਖਦੇ ਹਨ। ਸੁਤਹਿ ਖਵਾਵਤ ਰੁਚ ਅਨੁਸਾਰੀ। ਜਿੰਨੀ ਸ੍ਰੀ ਗੁਰੂ ਜੀ ਦੀ ਰੁਚੀ ਇੱਛਾ ਹੁੰਦੀ ਹੈ
ਇਵੇਂ ਆਪਣੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਮੱਖਣ ਮਾਤਾ ਜੀ ਖਵਾਉਂਦੇ ਆ। ਬਤਸ ਬ੍ਰਿੰਦ ਬਪ ਪੁਸ਼ਟ ਸੁਹਾਏ। ਜਿਹੜੇ ਇਸ ਪ੍ਰਕਾਰ ਵੱਛੇ ਆ ਨਾ, ਉਹਨਾਂ ਦੇ ਵੀ ਸਰੀਰ ਬਹੁਤੇ ਜ਼ਿਆਦੇ ਸੋਹਣੇ ਲੱਗਦੇ ਆ, ਬੜੇ ਹੀ ਫੱਬਦੇ ਹਨ। ਪੈ ਪੀਵਹਿ ਬਹੁ ਰਹਿ ਅਗਾਹੇ। ਉਹ ਵੀ ਮੱਝਾਂ ਗਾਵਾਂ ਦਾ ਵੱਛੇ ਕੱਟੇ ਕੱਟੀਆਂ ਜਿਹੜੇ ਆ, ਉਹ ਦੁੱਧ ਪੀ ਪੀ ਕੇ ਰੱਜੇ ਹੀ ਰਹਿੰਦੇ ਆ। ਅਸ ਬਿਧ ਕਿੰਚਤ ਕਾਲ ਬਿਤਾਇਓ। ਇਸ ਤਰੀਕੇ ਨਾਲ ਕਿੰਨਾ ਕੁ ਸਮਾਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਬਤੀਤ ਕੀਤਾ। ਜੰਤਨ ਜੌਨ ਉਦਾਹਰਨ ਆਇਓ। ਜਿਹੜੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੀਆਂ ਦਾ ਤੇ ਧਰਤੀ ਤੇ ਰੀਂਗਣ ਵਾਲੇ ਜਨਤਾਂ ਦਾ ਉਧਾਰ ਕਰਨ ਲਈ ਸੱਚੇ ਪਾਤਸ਼ਾਹ ਜੀ ਮਹਾਰਾਜ ਆਏ ਐ। ਕਲ ਤਾਰਨ ਗੁਰੂ ਨਾਨਕ ਆਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਲਯੁਗ ਦੇ ਵਿੱਚ ਜੀਆਂ ਦਾ ਉਧਾਰ ਕਰਨ ਲਈ ਹਜੂਰ ਨੇ ਆਪਣਾ ਅਵਤਾਰ ਧਾਰਨ ਕੀਤਾ ਹੈ। ਸ੍ਰੀ ਗੁਰੂ ਜੀ ਦੀਆਂ ਇਹ ਪਵਿੱਤਰ ਯਾਦਗਾਰਾਂ, ਜਦੋਂ ਖਾਲਸਾ ਰਾਜ ਹੋਇਆ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਇਹ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ। ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਮੱਝਾਂ ਚਾਰੀਆਂ ਸੀ ਨਾ, ਉਹ ਖੇਤੀ ਸਤਿਗੁਰਾਂ ਜੀ ਤੇ ਹਰੀ ਕੀਤੀ ਸੀ। ਉਹ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਯਾਦਗਾਰ। ਹੁਣ ਤਾਂ ਜਦੋਂ ਦਾ ਪਾਕਿਸਤਾਨ ਤੇ ਹਿੰਦੁਸਤਾਨ ਵੰਡ ਹੋ ਗਈ ਤਾਂ ਬਹੁਤ ਸਾਰੇ ਗੁਰਧਾਮਾਂ ਦੀ ਲੰਮਾ ਸਮਾਂ ਜਿਹੜੀ ਆ ਉਹ ਸੇਵਾ ਨਹੀਂ ਸੰਭਾਲਣੀ ਹੋਈ। ਅੱਜ ਵੀ ਕਈਆਂ ਸਥਾਨਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਨਹੀਂ ਹੈਗਾ, ਤੇ ਉੱਥੇ ਬੜਾ ਸੁੰਦਰ ਸ਼ੇਰੇ ਪੰਜਾਬ ਜੀ ਨੇ ਸਰੋਵਰ ਬਣਾਇਆ ਹੈ, ਤੇ ਬਹੁਤ ਹੀ ਸੁੰਦਰ ਅਸਥਾਨ ਹੈ ਜਿੱਥੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਖੇਤੀ ਹਰੀ ਕੀਤੀ ਸੀ ਗਰੀਬ ਨਵਾਜ ਜੀ ਨੇ। ਤੇ ਕਿਸੇ ਇਹ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਬਚਨ ਹੈ, ਕਿਸੇ ਗੁਰਸਿੱਖ ਦੀ 7 ਸਾਲ ਦੀ ਲੜਕੀ ਸੀ, ਉਹਨੂੰ ਸੋਕੇ ਦਾ ਰੋਗ ਹੋਇਆ ਸੀਗਾ, ਬੜੇ ਦਵਾਈਆਂ ਨਾਲ ਆਰਾਮ ਨਾ ਆਇਆ। ਫਿਰ ਉਸਨੇ ਸ੍ਰੀ ਗੁਰੂ ਜੀ ਦੇ ਪਾਵਨ ਅਸਥਾਨ ਤੇ ਅਰਦਾਸ ਕੀਤੀ, ਮਹਾਰਾਜ ਇੱਥੇ ਆਪ ਨੇ ਸੁੱਕੀਆਂ ਖੇਤੀਆਂ ਹਰੀਆਂ ਕਰ ਦਿੱਤੀਆਂ ਸੀਗੀਆਂ, ਮਹਾਰਾਜ ਕਿਰਪਾ ਕਰਕੇ ਮੇਰੀ ਧੀ ਦਾ ਸਰੀਰ ਵੀ ਹਰਿਆ ਕਰ ਦਿਓ। ਸ੍ਰੀ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨ ਨਾਲ ਉੱਥੇ ਉਸ ਲੜਕੀ ਦਾ ਸੋਕੇ ਦਾ ਰੋਗ ਦੂਰ ਹੋਇਆ ਸੀਗਾ। ਮਹਾਰਾਜ ਦੇ ਪਾਵਨ ਅਸਥਾਨਾਂ ਤੇ ਅੱਜ ਵੀ ਜ਼ਾਹਰ ਕਲਾ ਸ਼ਕਤੀਆਂ ਵਰਤਦੀਆਂ ਨੇ। ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਦਾ ਹੀ ਆਪ ਹਾਜ਼ਰ ਨਾਜ਼ਰ ਹਨ। ਸਿੱਖ ਨੂੰ ਭਾਵਨਾ ਤੇ ਸ਼ਰਧਾ ਦੀ ਲੋੜ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਇਹ ਪਾਵਨ ਪ੍ਰਸੰਗ, ਜਦੋਂ ਮਹਾਰਾਜ ਨੇ ਸੁੱਕੀਆਂ ਖੇਤੀਆਂ ਹਰੀਆਂ ਕਰ ਦਿੱਤੀਆਂ। ਅੱਗੇ ਜਿਹੜਾ ਹੈ 11ਵਾਂ ਅਧਿਆਇ ਹੁਣ ਚੱਲੇਗਾ। ਅੱਜ ਦੀ ਕਥਾ ਵਿੱਚ ਜਿਹੜਾ ਅਧਿਆਇ ਹੈ ਇਹ 10ਵਾਂ ਸੰਪੂਰਨ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਗਰੀਬ ਨਵਾਜ ਆਪਣੇ ਚਰਨਾਂ ਦਾ ਪਿਆਰ, ਸਿੱਖੀ ਨਾਮਦਾਨ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਅਸ ਬਿਧ ਕਿੰਚਤ ਕਾਲ ਬਿਤਾਇਓ। ਜੰਤੁਨ ਜੌਨ ਉਦਾਹਰਨ ਆਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। हे पूरन हे सर्ब में दुख भंजन गुणतास। हे संगी हे निरंकार हे निर्गुण सब टेक। हे गोबिंद हे गुण निधान जाकै सदा विवेक। हे अपरंपर हर हरे हर पी होवन हार। हे संत कै सदा संग निधारा आधार। हे ठाकुर हूँ दासुर मैं निर्गुण गुण नहीं कोय। नानक दीजै नाम दान राखो हियै परोए। आए प्रभ शरणागति कृपा निध दयाल। एक अखर हर मन बस्तु नानक होत निहाल। वाहिगुरु नाम जहाज है चढ़े सो उतरे पार। जो श्रद्धा कर सेवंदे गुर पारे उतारन हार।
ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।